ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। हाँ बड़े बड़े ਹੰਕਾਰੀਆ जिन्हें बड़े बड़े हंकारी हुए ने। ਅੱਛਾ ਜੀ। हाँ हंकारी गले ने हंकारियां जे पढ़ांगे हंकारियां ने आजू फिर लफ्ज ਅੱਛਾ जी। वो गल ठीक नहीं होनी। हंकारी खुदे गल के ਅੱਛਾ जी। सुखी बसे मस्कीनियां जेडे निम्रता पूर्वक वसदे ने ना अपने आप नूं मस्कीन गरीब जान के नवा जान के ਹਾਂ अपना मान त्यागता जी ने होमे त्यागी है मस्कीनियां होवे ਹਾਂ जेड़ा नीवा होके वसदा सो गौरा होए ਠੀਕ ਹੈ वो मस्कीनी है। ਠੀਕ ਹੈ वो सुखी वसदा कारी नहीं सुखी वसदे मस्कीनियां सुखी वसदे ने। ਹੂੰ, हम गरीब मस्कीन प्रभ तेरे ਹੂੰ, जेड़ा प्रभ दा होके वसदा मस्कीन है। जेड़ा अपना जी दा कुछ भी नहीं वो मस्कीन है। ਹੂੰ, तन मन धन जी ने गुरु नूं सौंपिया है परमेश्वर नूं संभालिया होया वो मस्कीनी है। जिहदी अपनी कोई मर्जी नहीं वो मस्कीनी है। वो सुखी रहंदा है। पानी जेड़ा चलदा सुखी रहंदा है। सुखी वसे मस्कीनियां ਹੂੰ, आप निवार तले ਹੂੰ, आप नीवा होके रहंदे ने। हुक्म दे थल्ले रहंदे ने अपने आप हुक्म दे। हाँ जिउं तू चलाए तिवें चलना स्वामी। ਹੂੰ, बड़े बड़े जेड़े हंकारी ने नानक कहंदा वो तां गर्व नाल गल गए सो। उन्हां दे तां गुण गल जांदे ने गुण। ਹੂੰ, हाँ हंकारियां दे गुण गल जांदे ने। ਠੀਕ ਹੈ। अष्टपदी जिसके अंतर राज अभिमान सो नरकपाती होवत सुआन। हाँ राजा होवे राज दा अभिमान होवे जिहदे अंदर राज दा अभिमान है वो नरकपाती है नरक दा हकदार है। होवत सुआन असल राजा कहदा है जिहदे अंदर माया दी भुख है तां कुत्ता है सुआन है। लोभी दा सुआन हुंदा है राजा भी लोभी हुंदा है। कहना मैं राजा तृष्णा ओदी कुत्ते वाली है भुख कुत्ते वाली है। नरकपाती है नरक दा हकदार है वो तो सुआन। ठीक है होवत सुआन। हाँ जी हाँ जी। जो जाने मैं जोबन बंत सो होवत विष्टा का जंत। जेड़ा अपने आप नूं बड़ा जोबन वाला कहूंदा है वो विष्टा का जंत हैगा ही है। विष्टा का हुंदा रहिंदा जन्म भी विष्टा च लैंदा रहिंदा। जेड़े मायाधारी ने माया विष्टा ही है सारी। हाँ जी विष्टा च जन्म लैंदा रहिंदा मायाधारी। हाँ ठीक है जी। आपस को कर्मवंत कहावे जन्म मरे बहुत जोन परमावे। जेड़ा अपने आप नूं बड़ा कुशल समझदा है बड़ा होशियार समझदा है बड़ा चतुर समझदा है कर्मवंत कहूंदा है वो जन्म दा मरदा रहिंदा बहुत जोन च फिरदा रहिंदा बहुत जोन परमावे। वो जिन्ना चर भरम है जोना च भड़कदा रहना। हाँ जी धन भूमिका जो करे गुमान सो मूर्ख अंधा अज्ञान। ताना है भूमि है ਇਹਦਾ ਜਿਹੜਾ ਗੁਮਾਨ ਕਰਦਾ ਉਹ ਵੀ ਮੂਰਖ ਹੈ ਅੰਨਾ ਹੈ। ना ਉਹਦਾ ਤਾਨਾ ਨਾ ਉਹਦੀ ਭੂਮੀ ਇੱਥੇ ਰਹਿ ਜਾਣੀ ਹੈ ਜਿਹੜੀ ਹੈਗੀ ਇੱਥੇ ਰਹੀ ਹੈ ਤੇ ਆਈ ਗਏ ਨਾ ਜਾਈ ਗਏ ਨੇ। ਜੇ ਹੁਣ ਉਹ ਆਪਣੀ ਸਮਝਦਾ ਤਾਂ ਅਗਿਆਨੀ ਅੰਨਾ ਹੀ ਹੁੰਦਾ। ਮੂਰਖ ਹੈ ਉਹ ਜਿਹੜਾ ਆਪਣੀ ਮੰਨਦਾ।
ਮੂਰਖੰਦਾ ਆ ਗਿਆ। ਠੀਕ ਹੈ ਜੀ। ਕਰੀ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਜਿਹਦੇ ਤੇ ਪਰਮੇਸ਼ਰ ਕਿਰਪਾ ਕਰ ਦੇਵੇ ਉਹਦੇ ਬਾਅਦ ਉਹਦੇ ਅੰਦਰ ਗਰੀਬੀ ਵਸਦੀ ਹੈ। ਕਹਿੰਦਾ ਮੇਰਾ ਮੁਝ में ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਤਾਂ ਗਰੀਬੀ ਹੈ। ਜੇ ਬਚ ਜਵੇ ਇੱਥੇ ਮੁਕਤ ਹੈ, ਸੁਖ ਹੈ। ਸੰਸਾਰ ਚ ਮੁਕਤ ਹੈ, ਜੀਵਨ ਮੁਕਤ ਹੈ, ਅੱਗੇ ਸੁਖ ਹੈ ਉਹਦੇ ਵਾਸਤੇ। ਇੱਥੇ ਰਹੇ, ਸੰਸਾਰ ਚ ਰਹੇ, ਚਾਹੇ ਨਿਰਾਕਾਰ ਦੇ ਦੇਸ਼ ਚਲਾ ਜਾਵੇ, ਉਹਦਾ ਸੁਖ ਹੈ। ਹਮੇਸ਼ਾ ਲਈ ਸੁਖ ਬਸਦਾ। ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਰ ਸੰਗੀ ਨਾ ਜਾਵੇ। ਜੇ ਕੋਈ ਬੜਾ ਧਨਵਾਨ ਹੋਵੇ ਵੀ ਪਰ ਹੰਕਾਰ ਕਰੇ, ਉਹਨੂੰ ਪਤਾ ਹੀ ਹੈ ਨਾਲ ਤਾਂ ਕੋਈ ਜਾਣਾ ਨਹੀਂ, ਤਾਂ ਇਹਦੇ ਤਾਂ ਕੋਈ ਸ਼ੱਕ ਨਹੀਂ ਕਿਸੇ ਨੂੰ ਹੈ। ਤ੍ਰਿਣ ਸਮਾਨ ਤਾਂ ਨਾਲ ਨਹੀਂ ਜਾਂਦਾ ਕੋਈ। ਤੇ ਜੇ ਗਰਭ ਕਰਨਾ, ਗਰਭ ਕਿਹੜੀ ਗੱਲ ਦਾ ਕਰ ਰਿਹਾ? ਗਰਭ ਕਰ ਰਿਹਾ ਅਗਿਆਨਤਾ ਬਸ ਹੋ ਗਏ। ਨਾਲੇ ਨੇ ਕੋਈ ਜਾਣਾ, ਧਨਵੰਤਾ ਕਿੱਥੇ ਹੋ? ਧਨਵੰਤਾ ਦਾ ਗਿਆਨਵਾਨ ਹੈ। ਜੇ ਆਤਮ ਗਿਆਨੀ ਹੈ ਤਾਂ ਧਨਵੰਤਾ ਹੈ। ਸੰਸਾਰੀ ਤਾਂ ਇੱਥੇ ਰਹਿ ਜਾਣਾ ਮਾਇਆ ਹੈ ਤਾਂ। ਹਾਂਜੀ। ਬਹੁ ਲਸ਼ਕਰ ਮਾਨਕ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਹਾਂ, ਜੇ ਬਹੁਤ ਸਾਰੀਆਂ ਫੌਜਾਂ ਨੇ, ਲਸ਼ਕਰ ਨੇ, ਉਹਨਾਂ ਦੇ ਉੱਤੇ ਆਸ ਕਰੇ ਮੇਰੇ ਨਾਲ ਨੇ, ਮੇਰੀਆਂ ਫੌਜਾਂ ਨੇ, ਮੈਂ ਸੰਸਾਰ ਨੂੰ ਜਿੱਤ ਲੂੰਗਾ, ਉਹ ਆਇਆ ਉਹ ਹੈ, ਉਹ ਤਾਂ ਪਲ ਭੀਤਰ ਸਭ ਦਾ ਵਿਨਾਸ਼ ਕਰਨ ਵਾਲਾ ਹੈ ਪਰਮੇਸ਼ਰ। ਤਾਂ ਇਹ ਵੀ ਫਜ਼ੂਲ ਹੈ ਉਹਦਾ, ਜੇ ਕੋਈ ਇਹਦਾ ਹੰਕਾਰ ਕਰਦਾ, ਇਹ ਵੀ ਮੂਰਖਤਾ ਹੀ ਸਿਵਾਏ ਕੁਛ ਨਹੀਂ। ਹਾਂਜੀ। ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਪਸਮੰਤ। ਸਾਰਿਆਂ ਨੂੰ ਆਪਣੇ ਆਪ ਨੂੰ ਬਲਵਾਨ ਸਮਝਦਾ ਜੇ ਕੋਈ ਬਲਵਾਨ ਹੋਵੇ ਵੀ ਭਾਵੇਂ, ਪਰ ਉਹਨੂੰ ਇਹ ਨਹੀਂ ਪਤਾ ਵੀ ਛਿੜ ਲੱਗਣਾ। ਛਿੜ ਕੇ ਭਸਮ ਦੀ ਢੇਰੀ ਬਣਿਆ, ਆਤਮਾ ਨਿਕਲੀ, ਬਾਅਦ ਭਸਮੇ ਆ। ਫਿਰ ਆਤਮਾ ਨਿਕਲ ਨੂੰ ਤਾਂ ਘੰਟੇ ਇੱਕ ਲੱਗਦਾ, ਬਾਅਦ ਤਾਂ ਮਿੱਟੀ ਦੀ ਢੇਰੀ ਹੋਇਆ ਹੈ, ਭਸਮੇ ਆ। ਠੀਕ ਹੈ। ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ, ਦੇਵੀ ਦੇਵਤੇ ਦੀ, ਪਰਮੇਸ਼ਰ ਦੇ ਹੁਕਮ ਦੀ, ਕਿਸੇ ਦੀ ਵੀ ਪਰਵਾਹ ਨਹੀਂ ਜਿਹੜਾ ਕਰਦਾ, ਉਹਨੂੰ ਧਰਮ ਨਾਲ ਖੁਆਰੀ ਕਰਦਾ। ਹੁਕਮ ਦੀ ਪਰਵਾਹ ਕਰਨੀ ਪਊਗੀ। ਕਿਸੇ ਨੂੰ ਪਤਾ ਆਪ ਅਹੰਕਾਰੀ, ਧਰਮ ਨਾਲ ਅਗਿਆਨਤਾ ਬਸਵੀ ਹੋ ਕੇ ਅਸੀਂ ਨਹੀਂ ਰਹਿ ਸਕਦੇ। ਅਹੰਕਾਰ ਹੈ। ਠੀਕ ਹੈ ਜੀ। ਹਾਂ, ਧਰਮ ਦਾ ਖੁਆਰੀ ਉਹ ਕਰਦਾ, ਅਹੰਕਾਰ ਤੇ ਚੋਟ ਕਰਨੀ ਉਹ ਕਰਦੀਆਂ ਨੇ। ਹਾਂਜੀ। ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਗੁਰਬਾਣੀ ਦੀ ਸੋਝੀ ਨਾਲ ਜੇ ਕਹੇ ਤਾਂ ਅਹੰਕਾਰ ਮਿਟ ਜਾਵੇ, ਗੁਰਬਾਣੀ ਦੇ ਗਿਆਨ ਨਾਲ ਜੇ ਕਹੇ ਤਾਂ ਅਹੰਕਾਰ ਖਤਮ ਹੋ ਜਾਵੇ, ਅੰਦਰੋਂ ਛੁੱਟ ਜਾਵੇ, ਤਾਂ ਫਿਰ ਉਹਦਾ ਅਭਿਮਾਨ ਖਤਮ ਹੋ ਜਾਂਦਾ। ਤਾਂ ਮਿਟੇ ਅਭਿਮਾਨ, ਜੇ ਅਭਿਮਾਨ ਕਿਸੇ ਦਾ ਮਿਟ ਜਾਵੇ, ਉਹ ਦਰਗਾਹ ਪ੍ਰਵਾਨ। ਅਹੰਕਾਰ ਜਿਹੜਾ ਹੈ ਉਹ ਵਿਰੋਧ ਕਰਦਾ ਹੈ ਨਾਮ ਦਾ। ਜੇ ਅਹੰਕਾਰ ਮਿਟ ਜਾਵੇ, ਨਾਮ ਦਾ ਵਿਰੋਧ
ਕਰਦਾ, ਨਾਮ ਆਪੇ ਮਿੱਠਾ ਲੱਗਦਾ, ਫਿਰ ਪ੍ਰਵਾਨ ਹੁੰਦਾ ਹੈ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕੋਟ ਕਰਮ ਕਰੇ, ਭਾਵੇਂ ਕਰੋੜਾਂ ਕਰਮ ਕਰੇ, ਪਰ ਜੇ ਹੋ ਆ ਜਾਏ ਵਿੱਚ, ਜਿੰਨੇ ਹੋਣ ਵਾਲੇ ਕੰਮ ਕਰਦਾ ਹੈ, ਚਾਹੇ ਕਿੰਨੇ ਚੰਗੇ ਕੰਮ ਨੇ ਉਹ ਕਰਦਾ, ਚਾਹੇ ਕਿੰਨੇ ਧਰਮ ਦੇ ਕਰਮ ਨੇ, ਜੇ ਹੰਕਾਰ ਆ ਜਾਏ ਸਾਰੇ ਵਰਤੇ ਚਲੇ ਜਾਂਦੇ ਨੇ, ਵਿਅਰਥ ਚਲੇ ਜਾਂਦੇ ਨੇ। ਹਾਂ ਤਾਰ ਹੈ, ਹੁਕਮ ਪੈਦਾ ਹੋ ਗਈ, ਸਾਰੇ ਗਲ ਗਏ, ਨਹੀਂ ਲੱਗਣਾ, ਉਲਟੀ ਗੱਲ ਹੋ ਗਈ। ਠੀਕ ਹੈ। ਹਾਂਜੀ ਹਾਂਜੀ। ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਤਪੱਸਿਆ ਅਨੇਕਾਂ ਪ੍ਰਕਾਰ ਦੀ ਕਰੀ ਜਾਵੇ, ਤਪੱਸਿਆ ਨਾਲ ਤਾਂ ਹੰਕਾਰੇ ਪੈਦਾ ਹੋਣਾ, ਭਰਮ ਹੋ ਜਾਣਾ ਮੈਂ ਭਗਤੀ ਕਰਦਾ, ਭਗਤੀ ਹੈ ਨਹੀਂ, ਤਪੱਸਿਆ ਭਗਤੀ ਨਹੀਂ ਹੈ। ਸਰੀਰ ਨੂੰ ਤਪਾਉਣਾ, ਸਰੀਰ ਨੂੰ ਤੰਗ ਕਰਨਾ, ਇਹ ਭਗਤੀ ਨਹੀਂ ਹੈ। ਗਿਆਨ ਪ੍ਰਾਪਤ ਕਰਨਾ ਭਗਤੀ ਹੈ, ਆਤਮ ਗਿਆਨੀ ਹੋਣਾ ਭਗਤੀ ਹੈ। ਨਰਕ ਸੁਰਗ ਫਿਰ ਅਵਤਾਰ, ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ। ਇਹ ਤਾਂ ਕੀ ਭਾਵ ਹੈ ਜੀ? ਨਰਕ ਨਰਕ ਸੁਰਗ ਤੋਂ ਕੀ ਭਾਵ ਹੈ ਜੀ? ਕਦੇ ਚੰਗੇ ਘਰ ਸੁਖੀ ਘਰ ਪੈਦਾ ਹੋ ਗਿਆ, ਅਮੀਰਾਂ ਦੇ ਹੋ ਗਿਆ, ਕਦੇ ਗਰੀਬਾਂ ਦੇ ਹੋ ਗਿਆ। ਉਹ ਅਮੀਰਾਂ ਦੇ ਪੈਦਾ ਹੋ ਕੇ ਵੀ ਦੁਖੀ ਰਹਿੰਦੇ ਸਾਰੀ ਜ਼ਿੰਦਗੀ। ਜੇ ਦੁਖੀ ਹੈ ਜ਼ਿੰਦਗੀ ਚ ਤਾਂ ਨਰਕ ਦੀ ਜ਼ਿੰਦਗੀ ਹੈ। ਜੇ ਮਾੜਾ ਮੋਟਾ ਸਰੀਰਕ ਤੌਰ ਤੇ ਦੁਖੀ ਹੈ, ਸੁਖ ਸਾਧਨ ਹੈਗੇ ਨੇ, ਅਮੀਰਾਂ ਦੇ ਘਰ ਜੰਮੇ ਹੈ, ਫਿਰ ਸੁਰਗ ਹੈ। ਚਿੰਤਾ ਦੋਹੀ ਬਾਕੀ ਹੁੰਦੀ ਹੋਈ ਹੈ, ਚਿੰਤਾ ਚ ਕੋਈ ਕਮੀ ਨਹੀਂ ਹੈ, ਮੁਕਤੀ ਨਹੀਂ ਮਿਲ ਰਹੀ। ਹਾਂਜੀ, ਮੁਕਤੀ ਵਾਲਾ ਦਾ ਮਾਰਗ ਨਹੀਂ ਹੈ। ਠੀਕ ਹੈ ਜੀ। ਇਹ ਪੂਰੇ ਨਰਕ ਚ ਇੱਕ ਵਾਰ ਆਉਂਦਾ ਹੈ ਅੱਖਰ, ਉਹ ਵੀ ਇੱਥੇ ਹੀ ਆ ਰਿਹਾ ਪੂਰੀ ਬਾਣੀ ਚ, ਤਪੱਸਿਆ ਅੱਖਰ ਸਿਰਫ ਸੁਖਮਨੀ ਸਾਹਿਬ ਚ ਆਉਂਦਾ। ਹਾਂਜੀ ਹਾਂਜੀ ਠੀਕ ਹੈ ਜੀ। ਅਨੇਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕੋ ਕੈਸੇ ਗਵੈ। ਇਹ ਸਾਰੇ ਯਤਨ ਨੇ ਜਿਹੜੇ ਆਦਮੀ ਆਪਣੀ ਬੁੱਧੀ ਦੇ ਲੈਵਲ ਤੇ ਇਹ ਕਰਦਾ ਹੈ, ਵੀ ਆਤਮ ਸੁਖ ਹੋ ਜਾਏ, ਮੈਨੂੰ ਸੁਖਾਂ ਵਾਸਤੇ ਭਗਤੀ ਜਿੱਥੇ ਵੀ ਹੋਈ ਭਗਤੀ ਹੈ ਇਹਦੀ, ਆਪਣੀ ਆਦਮੀ ਦੀ ਬੁੱਧੀ ਹੋਈ ਭਗਤੀ ਹੈ। ਦਰਗਾਹ ਤੇ ਭਗਤੀ ਪ੍ਰਵਾਨ ਨਹੀਂ ਹੈ। ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਆਤਮਾ ਜਿਹੜੀ ਹੈਗੀ ਹੈ ਉਹਦੇ ਵਿੱਚ ਤਬਦੀਲੀ ਨਹੀਂ ਆਈ। ਆਤਮਾ ਤਾਂ ਪੱਥਰ ਦੀ ਹੋਈ ਹੈ। ਦਰਵੀ ਕਿੱਥੇ ਹੈ? ਦਰਵੀ ਤਾਂ ਚੱਲ ਪੈਂਦੀ ਹੈ ਪਾਣੀ ਨੂੰ। ਜੇ ਆਤਮਾ ਦਰਵੀ ਦੀ ਫਿਰ ਹਰ ਦਰਗਾਹ ਕੋ ਕੈਸੇ ਕਵੇ, ਦਰਗਾਹ ਚ ਕਿਵੇਂ ਚਲੀ ਜਾਊ? ਜੇ ਗੁਰੂ ਅੱਗੇ ਦਰਗਾਹ ਚ ਪਹੁੰਚੂ, ਤੁਰੀ ਤਾਂ ਹੈ ਹੀ ਨਹੀਂ, ਖੜੀ ਤਾਂ ਉੱਥੇ ਹੀ ਹੈ ਪੱਥਰ ਵਾਂਗੂ। ਹਰ ਦਰਗਾਹ ਚ ਕਵਰ ਕਿਵੇਂ ਹੋ ਸਕਦਾ ਜੇ ਤੁਰੂ ਵੀ? ਆਪਸ ਕੋ ਜੋ ਭਲਾ ਕਹਾਵੇ, ਤਿਸੈ ਭਲਾਈ ਨਿਕਟ ਨਾ ਆਵੇ। ਹਾਂ, ਆਪਣੇ ਆਪ ਨੂੰ ਭਲਾ ਕਹੀ ਜਾਵੇ, ਜਿਵੇਂ ਰੋਜ਼ ਲਿਖੀ ਜਾਂਦੇ ਨੇ ਸਪੋਕਸਮੈਨ ਵਰਗੇ। ਅੱਛਾ ਜੀ। ਆਪਣੀ ਥਾਪੀ ਥਾਪੜੀ ਜਾਂਦੇ ਨੇ, ਅਸੀਂ ਜੀ ਇਹਨਾਂ ਦੇ ਚੇਲੇ ਥਾਪੜੀ ਜਾਂਦੇ ਨੇ ਪਿੱਠ ਜੀ, ਬੜੀ ਸੇਵਾ ਕਰਦੇ ਨੇ, ਆਦੀ ਸੇਵਾ ਕਰਦੇ ਨੇ। ਉਹ ਗੁਰਬਾਣੀ ਦੀ ਤੁਹਾਨੂੰ ਸੋਚੀ ਨਹੀਂ ਹੈ। ਇਹਨਾਂ ਗੁਰਮਤਿ ਦਾ ਪ੍ਰਚਾਰ ਕਰਦੇ ਆ, ਗੱਲਾਂ ਸਾਰੀਆਂ ਗੁਰਮਤਿ ਤੇ ਉਲਟ ਨੇ ਤੁਹਾਡੀਆਂ। ਗੁਰਬਾਣੀ ਦੇ ਅਰਥ ਕਰਕੇ ਦੱਸੋ, ਗੁਰਬਾਣੀ ਕੀ ਕਹਿੰਦੀ ਹੈ? ਜੋ ਤੁਸੀਂ ਮੰਨ ਲਈ ਉਹ ਸਿੱਖੀ ਨਹੀਂ ਹੈ, ਸਿੱਖੀ ਕੁਝ ਹੋਰ ਹੈ। ਸਿੱਖੀ ਤਾਂ ਗੁਰਬਾਣੀ ਚ ਹੈ ਜੋ ਲਿਖੀ ਹੋਈ ਹੈ।
ਉਹਦਾ ਤੁਹਾਨੂੰ ਗਿਆਨ ਕੋਈ ਨਹੀਂ। ਜਿਹੜਾ ਆਪਣੇ ਆਪ ਨੂੰ ਭਲਾ ਕਹਾਉਂਦਾ ਭਲਾਈ ਤਾਂ ਉਹਦੇ ਨੇੜੇ ਵੀ ਨਹੀਂ ਹੁੰਦੀ। ਜਿਹੜਾ ਗੁਰਮਤਿ ਦਾ ਜਾਣੂ ਆ ਤਾਂ ਆਪਣੇ ਆਪ ਨੂੰ ਭਲਾ ਕਹਾਉਂਦਾ ਹੀ ਨਹੀਂ, ਉਹਦੇ ਤੇ ਤਾਂ ਦਫਾ ਉਲਟੀ ਲੱਗੀ। ਆਪਨ ਕੋ ਭਲਾ ਕਹੇ ਚਾਹੇ ਦੂਜਿਆਂ ਤੇ ਕਹਾਵੇ, ਦੂਜਿਆਂ ਤੇ ਕਹਾਉਂਦਾ ਉਹ ਖੁਸ਼ ਹੁੰਦਾ, ਉਹਦੀ ਖਬਰ ਚੱਕ ਲਾਉਂਦਾ ਜੇ ਚੰਗਾ ਕਹੇ। ਜਿਹੜਾ ਉਸ ਸਪੋਕਸਮੈਨ ਦੀ ਤਾਰੀਫ ਕਰੇ ਉਹਦੀ ਖਬਰ ਚੱਕ ਲਾ ਦਿੰਦਾ, ਉਹਦੀ ਫੋਟੋ ਵੀ ਪਾ ਦਿੰਦਾ ਨਾਲ। ਇਹਦਾ ਮਤਲਬ ਕਹਾਉਂਦਾ ਲੋਕ ਵੀ ਕਾਹਨੂੰ ਕਹਿੰਦੇ ਨੇ, ਫੋਟੋ ਛਪ ਜਾਂਦੀ ਹੈ ਤਾਂ ਕਹਿੰਦੇ ਨੇ। ਦਫਾ ਤਾਂ ਉਲਟੀ ਲੱਗਦੀ, ਗੁਰਬਾਣੀ ਦਾ ਦਫਾ ਲੱਗ ਗਈ ਸਮਾਂ ਤੇਰੇ ਤੇ ਖਿਲਾਫ। ਆਪਨ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਲਣਾ ਆਵੇ, ਗੁਰਬਾਣੀ ਤਾਂ ਇਹ ਕਹਿੰਦੀ ਹੈ। ਉਹਦੇ ਨੇੜੇ ਤੇੜੇ ਵੀ ਭਲਾਈ ਵਾਲੀ ਗੱਲ ਨਹੀਂ ਹੁੰਦੀ। ਕਪਟੀ ਹੁੰਦਾ ਸਮਾਂ ਆਦਮੀ, ਉਹ ਅੰਦਰੋਂ ਧੋਖੇਬਾਜ਼ ਹੁੰਦਾ, ਲੋਕਾਂ ਨੂੰ ਧੋਖਾ ਦਿੰਦਾ ਭੋਲੇ ਭਾਲਿਆਂ ਨੂੰ। ਕਹਿੰਦੀ ਸੱਚੀਓ ਹੈ ਉਹ ਇਹੋ ਜਿਹਾ। ਜਿਹੜਾ ਸੱਚ ਹੈ ਉਹਨੂੰ ਲੋੜ ਨਹੀਂ ਹੈ ਕਿਸੇ ਦੀ, ਉਹਨੂੰ ਕੋਈ ਲੋੜ ਨਹੀਂ ਗੁਲਾਬ ਦੇ ਨੂੰ ਦੱਸਣ ਦੀ ਮੈਂ ਖੁਸ਼ਬੂ ਹੈ। ਖੁਸ਼ਬੂ ਆਪੇ ਦੱਸ ਦਿੰਦੀ ਹੈ। ਉਹ ਤਾਂ ਜਿਹਨਾਂ ਨੂੰ ਜਾਂਦੀ ਆਪ ਦੱਸਦੇ ਨੇ ਵੀ ਆ ਖੁਸ਼ਬੂ ਕਿੱਧਰੋਂ ਆਈ ਹੈ। ਉਹਨੂੰ ਬੋਲਣ ਦੀ ਲੋੜ ਨਹੀਂ ਹੁੰਦੀ, ਦੱਸਣ ਦੀ ਲੋੜ ਨਹੀਂ ਹੈ, ਉਹਨੂੰ ਬੋਲ ਲਾਉਣ ਦੀ ਲੋੜ ਨਹੀਂ, ਉਹਨੂੰ ਕਹਾਉਣ ਦੀ ਲੋੜ ਨਹੀਂ। ਜਿਹੜੇ ਕਹਾਉਂਦੇ ਨੇ ਅਸਲ 'ਚ ਉਹਨਾਂ 'ਚੋਂ ਗੁਣ ਹੁੰਦਾ ਨਹੀਂ। ਅੱਛਾ ਜੀ। ਪ੍ਰਚਾਰ ਕਰਵਾਉਂਦੇ ਨੇ ਉਹ। ਕੀ ਲੋੜ ਹੈ ਪ੍ਰਚਾਰ ਕਰਵਾਉਣ ਦੀ, ਜੋ ਗੁਣ ਹੋਵੇ। ਗੁਣ ਤਾਂ ਆਪੇ ਦੱਸ ਦਿੰਦਾ, ਔਗਣ ਔਰ ਗੁਣ ਆਪੇ ਪ੍ਰਗਟ ਹੋ ਜਾਂਦੇ ਨੇ। ਆਪੇ ਦੱਸ ਦਿੰਦਾ ਉਹਦਾ ਚੰਗਾ ਮਾੜਾ ਤਾਂ ਆਪੇ ਪਤਾ ਲੱਗ ਜਾਣ। ਗੁਰੂ ਨਾਨਕ ਦਾ ਕਹਿ ਨਹੀਂ ਰਿਹਾ ਕਿਸੇ ਨੂੰ ਮੈਂ ਚੰਗਾ, ਉਹਨੂੰ ਸਾਰੇ ਚੰਗਾ ਕਹੀ ਜਾਂਦੇ ਲੋਕ, ਉਹ ਕਹਿੰਦਾ ਹੀ ਨਹੀਂ ਮੈਂ ਚੰਗਾ। ਭਗਤ ਨਹੀਂ ਕਹਿੰਦਾ ਕੋਈ ਵੀ, ਉਹ ਕਹਿੰਦਾ ਭਲਾ ਢੂੰਡਣ ਮੈਂ ਗਿਆ ਬੁਰਾ, ਜੇ ਢੂੰਡਣ ਤਜ ਭਲਾ ਸਭ ਕੋਈ। ਉਹ ਕਹਿੰਦਾ ਮੈਂ ਤੋਂ ਸਾਰੇ ਹੀ ਮੈਂ ਛੱਡ ਕੇ ਭਲਾ ਹੀ ਨੇ ਸਾਰੇ, ਜਿਹੜਾ ਮੈਂ ਛੱਡ ਰਵੇ ਭਲਾ। ਠੀਕ ਹੈ। ਹਾਂਜੀ। ਉਹ ਨਹੀਂ ਕਹਾਉਂਦੇ ਏਦਾਂ ਮੈਂ ਕਹਾਉਂਦੇ ਨੇ, ਜਿਹੜੇ ਕਹਾਉਂਦੇ ਨੇ ਉਹਨਾਂ ਤੇ ਉਹ ਤਾਂ ਸਭ ਹੁੰਦੇ ਨਹੀਂ। ਉਹ ਤਾਂ ਕੱਚੀ, ਇਹਦਾ ਗੁਰਬਾਣੀ ਉਹਦਾ ਕੱਚੀ ਬਾਣੀ ਚੋਂ ਹੈ ਨਾ, ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਈ। ਨਹੀਂ ਬੁਰਾ ਨਹੀਂ, ਉਹ ਹੋਰ ਤਰ੍ਹਾਂ ਦੀ ਗੱਲ ਹੈ, ਉੱਥੇ ਗੁਰਬਾਣੀ 'ਚ ਵੀ ਆਈ ਹੈ। ਹਾਂ, ਪਰ ਉਹ ਇੱਕ ਰਹਿਮਾ ਰਹੀਮ ਦਾ ਵੀ ਪੜ੍ਹਦੇ ਆ। ਹਾਂ, ਬੁਝਤਾ ਭਲਾ ਸਭ ਕੋਈ। ਹਾਂਜੀ। ਸਰਬ ਕੀ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਸਰਬ ਕੀ ਰਹਿਣ ਜਾ ਕਾ ਮਨ ਹੋਏ, ਜਿਹਦਾ ਮਨ ਸਰਬ ਦੀ ਰਹਿਣ ਹੈ, ਜਿਹਦਾ ਬਿਆਨ ਜਿਹਦਾ ਗਿਆਨ ਸਾਰਿਆਂ ਨੂੰ ਫਿੱਟ ਆਉਂਦਾ ਹੈ, ਜਿਹਦਾ ਬਿਆਨ ਸੱਚ ਦਾ ਹੈ ਸਾਰਿਆਂ ਨੂੰ ਫਿੱਟ ਆਉਂਦਾ, ਉਹ ਜਿਹਦਾ ਗਿਆਨ ਸੱਚ ਦਾ ਸਾਰਿਆਂ ਨੂੰ ਫਿੱਟ ਆਉਂਦਾ, ਸਾਰਿਆਂ ਦੀ ਬੁੱਧੀ ਨੂੰ ਦੇ ਵਿੱਚ ਰੋਸ਼ਨੀ ਕਰਦਾ। ਜਿਹਦੀ ਗੱਲ ਸਾਰਿਆਂ ਦੀ ਬੁੱਧੀ ਨੂੰ ਰੋਸ਼ਨ ਕਰੇ ਉਹ ਸਰਬ ਕੀ ਰਹਿਣਾ, ਉਹਦਾ ਸਾਰਿਆਂ ਦੇ ਨੂੰ ਚਾਨਣਾ ਕਰਦਾ, ਵਧਾਉਂਦਾ। ਨਾਨਕ ਕਹਿੰਦਾ ਉਹਦੀ ਨਿਰਮਲ ਸੋਏ ਹੈ, ਉਹ ਜਿਹੜੀ ਉਹਦੀ ਸੋਭਾ ਨਿਰਮਲ ਹੁੰਦੀ ਹੈ, ਜਿਹੜੀ ਉਹ ਸੋਭਾ ਕਰਦਾ ਨਿਰਮਲ ਹੁੰਦੀ ਹੈ, ਉਹ 'ਚ ਕੋਈ ਮੈਲ ਨਹੀਂ ਹੁੰਦੀ। ਉਹ ਜਿਹੜਾ ਲਾਇਕ ਨਹੀਂ ਉਹਨੂੰ ਲਾਇਕ ਕਹਿਣਾ ਨਿਰਮਲ ਸੋਭਾ ਨਹੀਂ ਹੈ। ਜਿਹੜੇ ਕਰਦੇ ਨੇ ਨਾ ਉਹਦੀ ਵਡਿਆਈ, ਉਹਨਾਂ ਦੀ ਕੀਤੀ ਵਡਿਆਈ 'ਚ ਨਿਰਮਲਤਾ ਨਹੀਂ ਕਪਟਾ ਹੈ ਕੋਈ। ਜਿਹੜੇ ਸੱਚ ਦੀ ਆਵਾਜ਼ ਉਹਨੂੰ ਕਹਿੰਦੇ ਨੇ, ਮੇਰਾ ਖਿਆਲ ਹੈ ਸੱਚ ਦਾ ਉਹਨਾਂ ਨੂੰ ਗਿਆਨ ਹੈ ਨਹੀਂ। ਸੱਚ ਦਾ ਗਿਆਨ ਤਾਂ ਭਗਤ ਤੇ ਬਿਨਾਂ ਕਿਸੇ ਨੂੰ ਹੈ ਹੀ ਨਹੀਂ ਸੰਸਾਰ 'ਚ। ਉਹਨਾਂ ਨੇ ਜਿਵੇਂ ਕਹਿਤਾ ਸੱਚ ਦੀ ਆਵਾਜ਼ ਹੈ, ਸੱਚ ਦੀ ਆਵਾਜ਼ ਨੂੰ ਪਛਾਣਨਾ ਤਾਂ ਭਗਤ ਤੋਂ ਘੱਟ ਪਛਾਣ ਨਹੀਂ ਸਕਦਾ। ਇਹ ਲੋਕ ਘੱਟ ਬਿਆਨ ਦੇ ਤੇ ਸੱਚ ਦੀ ਆਵਾਜ਼ ਨੂੰ ਦਬਾ ਰਿਹਾ, ਜਿਹੜੀ ਮਜ਼ਾਕ ਹੈ ਸੱਚ ਦੀ ਆਵਾਜ਼। ਤੁਹਾਨੂੰ ਕੀ ਪਤਾ ਸੱਚ ਕਿੱਥੇ ਬਈ। ਗੁਰਮੁਖ ਤੇ ਬਿਨਾਂ ਖੋਟੇ ਖਰੇ ਦੀ ਪਛਾਣ ਨਹੀਂ ਹੈ।
ਸੱਚ ਜਾਣਨਾ ਬਹੁਤ ਔਖੀ ਗੱਲ ਹੈ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ। ਕੂੜ ਕੀ ਬਲ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ। ਨੋ ਸੁਣ ਮਨ ਰਹਿਸੀਏ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ। ਦਰਤ ਕਾਇਆ ਸੋਧ ਕੇ ਜਿੱਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲੈ। ਇਹਦੀਆਂ ਸ਼ਰਤਾਂ ਨੇ ਸੱਚ ਜਾਣਨ ਵਾਸਤੇ। ਝੱਟ ਸੱਚ ਦੀ ਆਵਾਜ਼ ਨੂੰ ਦੁਆਰ ਹੈ। ਤੁਹਾਨੂੰ ਪਤਾ ਹੈ ਸੱਚ ਕੀ ਹੁੰਦਾ? ਪਤਾ ਵੀ ਹੈ ਸੱਚ ਕੀ ਹੁੰਦਾ। ਸੱਚ ਜੇ ਪਤਾ ਹੋਵੇ ਤਾਂ ਗੁਰਬਾਣੀ ਦੇ ਅਰਥ ਕਰ ਦੂਗਾ ਸਾਰੇ। ਉਹ ਅਰਥ ਕਰਕੇ ਦਿਖਾਉਣ ਜੇ ਸੱਚ ਦਾ ਗਿਆਨ ਸੱਚੀ ਬਾਣੀ ਹੈ। ਜੇ ਸੱਚੀ ਬਾਣੀ ਹੈ, ਜੇ ਸੱਚ ਦਾ ਪਤਾ ਲੱਗ ਗਿਆ, ਸੱਚੀ ਬਾਣੀ ਸਮਝ ਲਈ ਇਹਦਾ ਮਤਲਬ ਉਸ ਆਦਮੀ ਨੇ ਹੰਕਾਰ ਚ ਬੋਲਦੇ ਨੇ। ਹੰਕਾਰ ਚ ਆਪਣੀ ਆਪਣੀ ਬੋਲ ਜਾਂਦੇ ਨੇ। ਹਾਂਜੀ। जब लग जाने मुझते कछ होए तब इसको सुख नाही कोई। ਜਦ ਲੱਗ ਜਾਣੇ ਮੁਝ ਤੇ ਕੁਛ ਹੋਏ। ਜਿੰਨਾ ਚਿਰ ਆਦਮੀ ਜਾਣਦਾ ਮੇਰੇ ਤੋਂ ਕੁਝ ਹੋ ਸਕਦਾ ਹੈ, ਉਹਨਾਂ ਚਿਰ ਨੂੰ ਸੁੱਖ ਨਹੀਂ ਹੈ ਬਿਲਕੁਲ ਵੀ। ਇਹ ਤਾਂ ਕੁਝ ਹੋ ਹੀ ਨਹੀਂ ਸਕਦਾ। ਇਹਨੂੰ ਭਰਮ ਹੈ ਵੀ ਮੇਰੇ ਤੋਂ ਹੋ ਸਕਦਾ ਕੁਝ। ਹਾਂ ਮੈਂ ਕੁਝ ਕਰ ਸਕਦਾ ਜਾਂ ਮੇਰੇ ਤੋਂ ਕੁਝ ਹੋ ਸਕਦਾ ਹੈ, ਭਰਮ ਹੈ। ਹਾਂ ਨਹੀਂ ठीक है जी। ਜਿਹੜੇ ਦਾਅਵੇ ਕਰਦੇ ਨੇ ਘਰ ਘਰ ਗੁਰੂ ਨਾਨਕ ਦਾ ਸੁਨੇਹਾ ਪਹੁੰਚਾ ਦਾਂਗੇ, ਉੱਚਾ ਦਰ ਬਾਬੇ ਨਾਨਕ ਦਾ, ਜਾਂ ਪਹੁੰਚਾ ਦੇਣਗੇ ਜਾਂ ਦੇਖ ਲੈ। ਉਹਨਾਂ ਨੂੰ ਤਾਂ ਆਪੇ ਨਹੀਂ ਪਤਾ ਵੀ ਉੱਚਾ ਦਰ ਬਾਬੇ ਨਾਨਕ ਦਾ ਜਿਹੜਾ ਹੈਗਾ ਕਿ ਗੁਰਮਤ ਅਨੁਸਾਰ ਹੀ ਨਹੀਂ ਹੈ। ਲਫ਼ਜ਼ ਗੁਰਮਤ ਅਨੁਸਾਰ ਨਹੀਂ ਹੈ, ਫਿਕਰਾ ਹੀ ਗੁਰਮਤ ਅਨੁਸਾਰ ਨਹੀਂ ਹੈ। ਪਰਮੇਸ਼ਰ ਕਿੱਥੇ ਗਿਆ? ठीक है। ਗੁਰੂ ਨਾਨਕ ਦਾ ਕਹਿੰਦਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਉਹ ਪਰਮੇਸ਼ਰ ਦੇ ਦਰ ਘਰ ਦੀ ਗੱਲ ਕਰਦਾ, ਤੁਸੀਂ ਬਾਬੇ ਨਾਨਕ ਘਰ ਬਣਾਤਾ। ਮਹਾਮੂਰਖਾਂ ਗੱਲਾਂ ਨੇ, ਮਹਾਮੂਰਖ ਕਰਦੇ ਹੁੰਦੇ ਨੇ ਇਹ ਬਿਆਨ, ਮਹਾਮੂਰਖਾਂ ਦੇ ਨੇ। ਇਹ ਤਾਂ 70 ਸਾਲ ਪਹਿਲਾਂ ਦੇ ਬਿਆਨ ਨੇ ਲੋਕਾਂ ਦੇ, ਜਾਂ ਬਿਲਕੁਲ ਅਗਿਆਨੀ ਤੇ। ਉਹ ਮੁੜ ਕੇ ਉਹ ਜ਼ਮਾਨੇ ਦੇ ਵਿੱਚ ਫੇਰ ਜਾਂਦੇ ਨੇ। ਉਹ ਤਾਂ ਅਗਿਆਨਤਾ ਦੀਆਂ ਗੱਲਾਂ ਦੀਆਂ ਸਾਧਾਂ ਦੀਆਂ ਕਹੀਆਂ ਹੋਈਆਂ। ਹਾਂ ਉਹ ਤਾਂ ਪਰਮੇਸ਼ਰ ਦਾ ਦਰ, ਉਹਦਾ ਹੀ ਘਰ ਹੈ। ठीक है जी। ਸਭ ਕੁਝ ਮੰਨ ਕੇ ਪਰਮੇਸ਼ਰ ਹੈ ਸਭ ਕਾਸੇ ਦਾ। ठीक है जी। ਹਾਂਜੀ। जब यह जानने मैं किछ करता तब लग गर्भ जोन में फिरता। ਅਸ ਜਿੰਨਾ ਚਿਰ ਸਮਝਦਾ ਮੈਂ ਕੁਝ ਕਰਦਾ ਉਹਨਾਂ ਚਿਰ ਇਹਨੂੰ ਭੁਲੇਖਾ ਹੈ। ਭੁਲੇਖਾ ਜਿੰਨਾ ਚਿਰ ਗਰਭ ਜੋਨ ਚ ਰਹੂ। ਇਹ ਨਹੀਂ ਕੁਝ ਕਰ ਸਕਦਾ। ਜੇ ਮੰਨਦਾ ਕਰਦਾ ਉਹਨਾਂ ਚਿਰ ਜਨਮ ਮਰਨ ਨਹੀਂ ਕੱਟਿਆ ਜਾ ਸਕਦਾ। ਗਰਭ ਜੋਨ ਨਹੀਂ ਕੱਟੀ ਜਾ ਸਕਦੀ। ਇਹ ਤਾਂ ਸਾਰੇ ਸਮਝਦੇ ਨੇ ਮੈਂ ਕੁਝ ਕਰਦਾ। ਸਾਰੇ ਮੰਨਦੇ ਨੇ ਮੈਂ ਕੁਝ ਕਰ ਸਕਦਾ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਸਾਰੇ ਵਿਸ਼ਟਾ ਕੇ ਕੀੜੇ ਨੇ ਜਿਹੜੇ ਸੋਚਦੇ ਨੇ। ਇਹੀ ਤਾਂ ਵਿਸ਼ਟਾ ਕੇ ਕੀੜੇ ਨੇ। ਇਹਨਾਂ ਨੂੰ ਗੁਰਬਾਣੀ ਨੇ ਹੋਰ ਕੌਣ ਨੇ ਵਿਸ਼ਟਾ ਕੇ ਕੀੜੇ ਕਹੇ ਜਾਂਦੇ ਨੇ? ਹੰਕਾਰੀ ਆ ਵਿਸ਼ਟਾ ਕੇ ਕੀੜੇ ਨੇ। ਹਾਂ ਇਦੋਂ ਜ਼ਿਆਦਾ ਕੁਝ ਨਹੀਂ। ਆਣ ਭੁਲੇਖਾ ਹੋ ਇਹਨਾਂ ਨੂੰ ਵੀ ਅਸੀਂ ਕੀ ਹਾਂ। ਬਾਕੀ ਸਾਹਮਣੇ ਆ ਜਾਣਾ ਸਭ ਕੁਝ। ਆਈਆ ਵਾਲ ਕੱਢੇ ਨੇ ਸਾਹਮਣੇ ਆ ਜਾਣੇ ਨੇ ਜੋ ਕੁਝ ਇਹਨਾਂ ਨੇ। ਜਿਹੜੀ ਤੋਪਾਂ ਅੱਗੇ ਚਲਾ ਲਈਆਂ ਹੁਣ ਚਲਾ ਲੈਣਗੇ। ਕੱਖ ਨਹੀਂ ਹੋਣਾ ਇਹਨਾਂ ਤੇ ਕੁਝ ਵੀ। ਫਰਾਡ ਕਰਦੇ ਨੇ ਲੋਕਾਂ ਨਾਲ, ਪੈਸੇ ਇਕੱਠੇ ਕਰਕੇ ਟੈਸਟ ਬਣਾ ਕੇ ਝੂਠ ਬੋਲ ਕੇ ਫਰਾਡ ਕਰਦੇ ਨੇ। ਕਰੀ ਜਾਣ ਸੱਚ ਝੂਠ ਆਪੇ ਅੱਗੇ ਜਾ ਕੇ ਆਪੇ ਨਤਾਰਾ ਹੋਏ ਜਾਣ। हाँ जी। जब तारे को बैरी मीत तब लग निश्चल नाही चीत। ਜਿੰਨਾ ਚਿਰ ਬੈਰੀਅਰ ਮਿੱਤਰ ਧਾਰਨ ਕਰਦਾ ਅੰਦਰ ਮੰਨਦਾ ਕਿਸੇ ਨੂੰ ਬੈਰੀ ਕਿਸੇ ਨੂੰ ਮਿੱਤਰ, ਉਹਨਾਂ
ਉਹਨਾਂ ਚਿਰ ਦੇ ਅੰਦਰ ਜਿਹੜਾ ਚਿੱਤ ਅਡੋਲਤਾ ਨਹੀਂ ਆ ਸਕਦੀ, ਮਨ ਵਿੱਚ ਅਡੋਲਤਾ ਨਹੀਂ ਆ ਸਕਦੀ, ਮਨ ਚ ਟਿਕਾਅ ਨਹੀਂ ਆ ਸਕਦਾ, ਚੈਨ ਨਹੀਂ ਆ ਸਕਦੀ। जब लग मोह मगन संग माए तब लग धर्म राय दे सजाए। जितना चर वो और माया दे विच मगन है, माया मोह दे विच मगन है, उन्ना चर धर्म राय सजाए दऊ सजा नहीं दो कहे जूनी चो कढ़िया दूई च पाता, दूई चो कढ़िया दूई च पाता। उन्ना चर जूनिया भुगतदा रहू, यही सजाए दी हो सजा की है। प्रभ किरपा ते बंधन टूटै, गुर प्रसाद नानक हों छूटै। प्रभ किरपा ते बंधन टूटै, ये बंधन जेड़े ने परमेश्वर की किरपा होवे तां बंधन टुट जाते हैं माया दे। गुर प्रसाद नानक हों छूटै, ज्ञान की किरपा नाल हंकार छुट जाता है। ज्ञान मिल जाए, गुरबाणी की सोझी आ जाए, गुरबाणी की समझ आ जाए, फिर ਇਹਦਾ ਜਿਹੜਾ ਹੰਕਾਰ ਹੈ ਉਹ ਛੱਡਦਾ ਹੈ, ਸਮਝ ਲੈਣਾ ਮੰਨ ਜਾਂਦਾ ਮਨ ਛੱਡਣ ਨੂੰ। ਗੁਰ ਪ੍ਰਸਾਦ ਨਾਮ ਕਹੋ ਟੁੱਟਾ ਹੈ। ਗਿਆਨ ਨਾਲ ਮਾਇਆ ਤੋਂ ਬਚਣ ਲੱਗ ਜਾਂਦਾ ਹੈ, ਪਿੱਛੇ ਜਾਂਦਾ ਹੈ। ਅਣਜਾਣ ਤੇ ਵੇਖਿਆ ਮੇਰਾ ਚਾਹੇ ਨਾ, ਜੇ ਜਾਣ ਤਾਂ ਆਪਣਾ ਬਚਾ ਜਾ, ਇਹਨੂੰ ਗਿਆਨ ਹੁੰਦਾ ਮਾਇਆ ਤੋਂ ਆਪੇ ਬਚਣ ਲੱਗ ਜਾਂਦਾ, ਹੰਕਾਰ ਆਪੇ ਛੱਡ ਦਿੰਦਾ, ਔਗਣ ਆਪੇ ਛੱਡਣ ਲੱਗ ਜਾਂਦਾ। ਅਗਿਆਨਤਾ ਬਸ ਕਰਦਾ ਔਗਣ, ਅਗਿਆਨਤਾ ਹੀ ਹੈ ਕੁੱਲ ਮਿਲਾ ਕੇ ਜਿਹੜੀ ਸਾਡੇ ਜੰਮਣ ਮਰਨ ਦਾ ਕਾਰਨ ਹੈ। ਅਗਿਆਨਤਾ ਹੀ ਹੈ ਸਾਡੀ ਜਿਹੜੀ ਸਾਨੂੰ ਮਾਇਆ ਨਾਲ ਜੋੜ ਕੇ ਰੱਖਦੀ ਹੈ। ਔਗਣ ਨਹੀਂ ਛੱਡਣ ਦਿੰਦੀ, ਲੋਭ ਨਹੀਂ ਛੱਡਣ ਦਿੰਦੀ, ਮੋਹ ਨਹੀਂ ਛੱਡਣ ਦਿੰਦੀ, ਇਹ ਅਗਿਆਨਤਾ। ਅਗਿਆਨਤਾ ਸਾਨੂੰ ਆਉਂਦੀ ਹੈ ਦੁਰਮਤ ਚੋਂ, ਮਤ ਚੋਂ, ਸਾਡੀ ਆਪਣੀਆਂ ਇੱਛਾਵਾਂ ਚੋਂ। ਉਹ ਚ ਅਗਿਆਨਤਾ ਹੋਰ ਵਧੀ ਜਾਂਦੀ। ਗੁਰਮਤ ਨੂੰ ਸਮਝੀਏ, ਗੁਰਮਤ ਛੁੱਟ ਜਾਂਦੀ ਹੈ, ਫੇਰ ਗੱਲ ਬਣਨੀ ਸ਼ੁਰੂ ਹੁੰਦੀ ਹੈ। ਗੁਰਮਤ ਦੇ ਤਿਆਗ ਬਿਨਾਂ ਗੱਲ ਕਹਾਣੀ ਸਿਰੇ ਚੜ੍ਹਦੀ ਹੋਈ ਸ਼ੁਰੂ ਹੀ ਨਹੀਂ ਹੁੰਦੀ, ਕਹਾਣੀ ਮੋੜ ਪੈਂਦਾ ਹੀ ਨਹੀਂ ਬਿਮਾਰੀ। ਜੋ ਗੁਰਮਤ ਛੱਡੀ ਲਈ ਜਾਂਦੇ ਆ, ਬਿਮਾਰੀ ਨੂੰ ਮੋੜ ਪੈਣਾ ਸ਼ੁਰੂ ਹੋ ਜਾਂਦਾ। सहस खटे लख को उठ धावै, तृप्त न आवे माया पाछे पावे। ਹਜ਼ਾਰ ਖੱਟ ਲੈਂਦਾ ਜਦ ਫਿਰ ਲੱਖਾਂ ਵੱਲ ਨੂੰ ਹੋ ਲੈਂਦਾ। ਜਦ ਹਜ਼ਾਰਾਂ ਚ ਦੀ ਪੈਸਾ ਇਹਦੇ ਕੋ ਆ ਜਾਂਦਾ, ਫਿਰ ਲੱਖਾਂ ਤੇ ਨਿਗਾਹ ਚਲੀ ਜਾਂਦੀ ਹੈ। ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੇ ਮਨ ਨਹੀਂ ਲੱਗਦਾ ਹੈ। ਮਾਇਆ ਪਾਛੇ ਪਾਵਾ, ਮਾਇਆ ਦੇ ਪਿੱਛੇ ਭੱਜਦਾ ਰਹਿੰਦਾ। ਮਾਇਆ ਜਿੰਨੀ ਮਰਜ਼ੀ ਜਮਾ ਕਰ ਲਵੇ ਫਿਰ ਨਹੀਂ ਹੁੰਦਾ ਹੈ, ਜਿੰਨੀ ਮਾਇਆ ਪਿੱਛੇ ਇਕੱਠੀ ਕਰੀ ਜਾਂਦਾ ਹੈ ਉਹਦੀ ਭੁੱਖ ਹੋਰ ਵਧੀ ਜਾਂਦੀ ਹੈ। ਠੀਕ ਹੈ ਜੀ। ਅਨੇਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਜਿੰਨੇ ਵੀ ਭੋਗ ਕਰਦਾ ਮਨ ਕਰਕੇ ਵਿਖਿਆ ਦੇ ਕਰਦਾ। ਮਨ ਅਸਲ ਚ ਸਰੀਰ ਦੇ ਭੋਗ ਨੂੰ, ਸਰੀਰ ਦੀ ਖੁਰਾਕ ਨੂੰ ਆਪਣੀ ਖੁਰਾਕ ਬਣਾ ਲਿਆ ਇਹਨੇ, ਸਮਝ ਲਿਆ। ਮਾਇਆ ਦੇ ਭੋਗ, ਵਿਖਿਆ ਦੇ ਭੋਗ ਤਾਂ ਸਰੀਰ ਦੇ ਭੋਗ ਸੀਗੇ। ਤੈਨੂੰ ਕੀ ਲੋੜ ਸੀ ਇਹ ਭੋਗਾਂ ਦੇ ਵਿੱਚ ਧਿਆਨ ਦੇਣ ਦੀ? ਲੋੜ ਦੀ ਜੇ ਇਹਨਾਂ ਨੇ ਧਿਆਨ ਲਾਤਾ, ਆਪਣਾ ਜਿਹੜਾ ਹੈ ਖੁਰਾਕ ਉਹ ਭੁੱਲੇ ਗਿਆ। ਤੂੰ ਨਾਮ ਜਿਹੜਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਸੀ ਉਹ ਤਾਂ ਭੁੱਲ ਗਿਆ ਤੂੰ। ਫਿਰ ਤੇਰਾ ਦਾ ਭੋਜਨ ਗਿਆਨ ਸੀ, ਤੂੰ ਤਾਂ ਬ੍ਰਹਮ ਸਰੂਪ ਹੈ, ਤੂੰ ਤਾਂ ਰਾਮ ਦੀ ਅੰਸ਼ ਹੈ, ਤੇਰੀ ਖੁਰਾਕ ਨਹੀਂ ਹੈ ਵਿਖਿਆ।
ਜਾਂ ਸਰੀਰ ਦੀ ਖੁਰਾਕ ਹੈ। ਹੂੰ, ਕੋਈ ਸਰੀਰ ਦੀ ਖੁਰਾਕ ਇਹਦੇ ਰਸਾਂ ਦੇ ਵਿੱਚ ਖਚਤ ਹੋਇਆ ਪਿਆ। ਹੂੰ, ਅਨੇਕਾਂ ਭੋਗ ਵਿਖਿਆ ਦਾ ਹੀ ਕਰਦਾ। ਵਿਖੇ ਭੋਗ ਨੂੰ ਆਪਣੇ ਰਸ ਬਣਾ ਲਿਆ। ਜੀਵ ਦੇ ਰਸਾਂ ਨੂੰ ਆਪਣੇ ਰਸ ਬਣਾ ਲਿਆ। ਵਿਖਿਆ ਕੇ ਕਰਾ ਖਪ ਖਪ ਨਾ ਤ੍ਰਿਪਤ ਆਵੇ। ਤ੍ਰਿਪਤ ਨਹੀਂ ਹੋ ਰਿਹਾ ਇਹਨਾਂ ਨਾਲ ਵੀ। ਖਪ ਖਪ ਕੇ ਮਰੀ ਜਾਂਦਾ। ਇਹਦੇ ਖਾਤਰ ਹੀ ਸਾਰਾ ਦਿਨ ਖਪਦਾ ਰਹਿੰਦਾ। ਹਾਂਜੀ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਅੱਜ ਤਾਈਂ ਕੋਈ ਨਹੀਂ ਰਜਿਆ। ਉਹ ਰਜਿਆ ਜਿਹੜਾ ਸੰਤੋਖੀ ਹੋ ਗਿਆ। ਸੰਤੋਖ ਦੇ ਬਿਨਾਂ ਨਾ ਕੋਈ ਅੱਜ ਸਿੱਖਿਆ ਨਾ ਰਜੂਗਾ। ਕੋਈ ਰਜਦਾ ਹੀ ਨਹੀਂ ਹੈ ਸੰਤੋਖ ਬਿਨਾਂ। ਤਾਂ ਇਹ ਜਿਹੜੇ ਕਾਜ ਨੇ ਨਾ ਸੰਸਾਰ ਦੇ ਆਪਣੇ ਮਾਇਆ ਨਾਲ ਚੱਲਣ ਵਾਲੇ, ਇਹ ਤਾਂ ਸੁਪਨ ਮਨੋਰਥ ਨੇ, ਸੁਪਨੇ ਦੇ ਕਾਜ ਨੇ। ਚੰਗੇ ਹੋ ਗਏ ਜਾਂ ਮਾੜੇ ਹੋ ਗਏ, ਕੀ ਦਰਗਾਹ ਇਹਨਾਂ ਨੂੰ ਕਿਹਨੇ ਪੁੱਛਣਾ। ਮੈਂ ਕਿੰਨਾ ਖਰਚ ਕਰਤਾ ਕਿਸੇ ਫੰਕਸ਼ਨ ਤੇ, ਦਰਗਾਹ ਜੇ ਤਾਂ ਕਿਤੇ ਮੁੱਲ ਪੈਣਾ। ਕਿਸੇ ਕਾਲਜ ਤੇ, ਵਿਆਹ ਤੇ ਕਿੰਨਾ ਮੈਂ ਕਰੋੜਾਂ ਰੁਪਈਆ ਖਰਚ ਕਰ ਲਿਆ, ਦਰਗਾਹ ਜੇ ਦੀ ਕਿਤੇ ਕੀਮਤ ਪੈਣੀ ਹੈ। ਕਿਹਨੇ ਪੁੱਛਣਾ ਕਹਾਂ ਜਾ ਕੇ। ਇਹ ਇੱਥੇ ਸੰਸਾਰ ਦੀਆਂ ਗੱਲਾਂ ਨੇ। ਇਹਦੇ ਖਾਤਰ ਖਚਤ ਹੋਇਆ ਪਿਆ ਸੰਸਾਰ। ਇਹ ਤਾਂ ਹੰਕਾਰ ਹੈ। ਇਹ ਤਾਂ ਹੰਕਾਰ ਦੀ ਖੇਡ ਹੈ ਸਾਰੀ ਸੰਸਾਰ ਦੀ। ਔਰ ਸੁਪਨ ਮਨੋਰਥ ਕਾਜ ਨੇ। ਇਹ ਤਾਂ ਸੁਪਨੇ ਦੀਆਂ ਗੱਲਾਂ ਨੇ ਸਾਰੀਆਂ। ਸਾਰੇ ਸੁਪਨੇ ਜਦ ਡੰਡਾ ਪੈਣਾ ਨਾ ਸਿਰ ਚ ਕਾਲ ਦਾ, ਫਿਰ ਜੱਗ ਲੈਣੇ। ਜੋ ਕੰਮ ਕਰਨਾ ਉਹ ਤਾਂ ਕਰਿਆ ਹੀ ਨਹੀਂ। ਜਿਹਦੀ ਦਰਗਾਹ ਚ ਕੌਡੀ ਕੀਮਤ ਪੈਣੀ ਹੈ ਉਹ ਤਾਂ ਕੰਮ ਕੀਤਾ ਹੀ ਨਹੀਂ। ਜਿਹਦੀ ਕੁਝ ਕੀਮਤ ਪੈਣੀ ਹੈ ਕੰਮ ਸਾਰੇ ਉਹ ਕੀਤੇ ਨੇ ਜਿਹਦੀ ਦਰਗਾਹ ਚ ਕੌਡੀ ਕੀਮਤ ਹੀ ਨਹੀਂ। ਉਹਨਾਂ ਕੰਮਾਂ ਖਾਤਰ ਉਹ ਚਿੱਤ ਖਾਤਰ ਤਾਂ ਬਹੁਤ ਸਾਰੇ ਅਪਰਾਧ ਕਰ ਲਏ। ਅਪਰਾਧਾਂ ਦੀਆਂ ਪੰਡਾਂ ਬੰਨ ਲੀਆਂ ਤਾਂ ਆਪਣੇ ਸਿਰ ਤੇ। ਪਾਪਾਂ ਦੀਆਂ ਪੰਡਾਂ ਬੰਨ ਲੀਆਂ ਨਾਲ ਦਰਗਾਹ ਦੀ ਕੋਈ ਕੀਮਤ ਨਹੀਂ। ਸਿਰਫ ਦੁਨੀਆ ਦੀ ਵਡਿਆਈ ਖਾਤਰ ਪਾਪਾਂ ਦੀਆਂ ਪੰਡਾਂ ਬੰਨ ਲੀਆਂ ਆਪਣੇ ਨਾਲ। ਫਿਰ ਪਛਤਾਊਗਾ ਬਾਅਦ। ਇਹ ਤਾਂ ਸੁਪਨ ਮਨੋਰਥ ਕਾਜ ਨੇ ਮਾਇਆ ਵਾਲੇ ਜਿੰਨੇ ਵੀ ਨੇ ਇੱਥੇ। ਆਹੋ ਜਾਏ ਜੇ ਹੋਏ ਹੋ ਜੇ ਕਰ ਲੈ। ਚੰਗੇ ਹੋ ਗਿਆ ਮਾੜੇ ਹੋ ਗਏ ਕੀ ਲੈਣ। ਕੰਪੀਟੀਸ਼ਨ ਚ ਪਿਆ ਹੋਇਆ ਆਦਮੀ। ਦੀਆਂ ਵਡਿਆਈਆਂ ਦੇ ਕੰਪੀਟੀਸ਼ਨ ਜਿਹੜੇ ਪਏ ਉਹਦੇ ਉਹਨਾਂ ਦਾ ਜੀਵਨ ਵਿਰਥਾ ਚਲਿਆ ਜਾਊਗਾ। ਜਾ ਰਿਹਾ ਵਿਰਥਾ। ਨਹੀਂ ਛੱਡ ਹੁੰਦਾ। ਮਾਇਆ ਦੀ ਦੌੜ ਹੈ, ਨਸ਼ਾ ਹੈ, ਨਹੀਂ ਛੱਡ ਹੁੰਦਾ। ਦੇਖੋ ਸ਼ਰਾਬ ਦੇ ਨਸ਼ੇ ਨੂੰ ਬੁਰਾ ਕਹਿੰਦੇ ਨੇ, ਫੀਮ ਦੇ ਨੂੰ ਕਹਿੰਦੇ ਨੇ। ਉਹ ਨਸ਼ਾ ਤਾਂ ਸਭ ਤੋਂ ਭੈੜਾ ਹੈ। ਜਿਹਦੇ ਸ਼ਰਾਬ ਦੇ ਖਿਲਾਫ ਵਾਲੇ, ਨਸ਼ਾ ਦੇ ਖਿਲਾਫ ਵਾਲੇ ਜਿਹੜੇ ਫਸੇ ਹੋਏ ਨੇ ਆਪ, ਇਹਨੂੰ ਨਹੀਂ ਸਮਝ ਰਹੇ ਵੀ ਇਹ ਨਸ਼ਾ ਹੰਕਾਰ ਦੇ ਨਸ਼ੇ ਤੋਂ ਤਾਂ ਕੋਈ ਭੈੜਾ ਨਸ਼ਾ ਹੀ ਨਹੀਂ ਹੈ। ਸਭ ਤੋਂ ਬੁਰਾ ਨਸ਼ਾ ਹੰਕਾਰ ਦਾ ਕੰਪੀਟੀਸ਼ਨ। ਇਹ ਛੱਡਦੇ ਹੋ, ਦੂਏ ਨਸ਼ੇ ਕੁਝ ਨਹੀਂ ਕਹਿੰਦੇ ਤੁਹਾਨੂੰ। ਠੀਕ ਹੈ। ਉਹ ਨਹੀਂ ਕੁਝ ਕਹਿੰਦੇ ਹੁਣ। ਇਹ ਬੜਾ ਖਤਰਨਾਕ ਨਸ਼ਾ ਜਿਹਨੇ ਤੁਹਾਡਾ ਜੀਵਨ ਖਾ ਗਿਆ। ਅੱਗੇ ਤੁਹਾਨੂੰ ਪੰਨਾ ਬੰਨ ਕੇ ਰੱਖਦੀਆਂ ਨੇ। ਆਹੋ ਉਹ ਨਹੀਂ ਕੁਝ ਕਹਿੰਦੇ ਹੈਗੇ। ਉਹ ਨੁਕਸਾਨ ਜੇ ਕਰਦੇ ਨੇ, ਇੰਨਾ ਨਹੀਂ ਕਰਦੇ। ਹਾਂ ਉਹਨਾਂ ਦੇ ਖਿਲਾਫ ਸਾਰੇ ਹੋਏ ਨੇ। ਆਹ ਇਹਦੀ ਗਲਤੀ ਕੋਈ ਕਰਦਾ ਕਿਉਂ? ਇਹ ਨਸ਼ਾ ਆਪ ਕਰਦੇ ਨੇ ਤਾਂ ਨਹੀਂ ਕਹਿੰਦੇ। ਇਹ ਨਸ਼ੇ ਦੇ ਆਬਾਦੀ ਨੇ ਤਾਂ ਨਹੀਂ ਇਹਦੇ ਖਿਲਾਫ ਬੋਲਦੇ। ਠੀਕ ਹੈ। ਉਹ ਸਾਰੀ ਕਰਪਸ਼ਨ ਅੱਜ ਦੀ ਬੁਰਾਈ ਸਾਰੀ ਇਹਦੇ ਸਿਰ ਤੇ ਖੜੀ ਹੈ, ਮਾਇਆ ਦੇ ਕੰਪੀਟੀਸ਼ਨ ਤੇ। ਉਹ ਜਿਹੜੇ ਗਰੀਬਾਂ ਨੂੰ ਤੁਸੀਂ ਲਹੂ ਚੂਸਦੇ ਹੋ, ਇਹਦੇ ਵਾਸਤੇ ਚੂਸਦੇ ਹੋ, ਸੰਸਾਰੀ ਕੰਪੀਟੀਸ਼ਨ ਵਾਸਤੇ। ਫਿਰ ਲੁਟਾ ਦਿੰਦੇ ਹੋ ਪੈਸਾ ਗਰੀਬਾਂ ਦੇ ਮੂੰਹ ਚੋਂ ਖੋਹ ਕੇ।
ਇਹ ਤੋਂ ਬੜਾ ਅਪਰਾਧ ਕੀ ਹੋਊ ਸਾਹਿਬ? ਕਿੱਥੇ ਤੁਸੀਂ ਦਊਗੇ, ਕਿੱਥੇ ਭਰੋਗੇ ਜਾ ਕੇ? ਇਹਦੇ ਖਿਲਾਫ ਕੋਈ ਪ੍ਰਚਾਰ ਨਹੀਂ ਕਰਦਾ। ਠੀਕ ਹੈ। ਉਹ ਨਸ਼ਿਆਂ ਨੂੰ ਕਹੀ ਜਾਂਦੇ ਨੇ ਗੋਰੇ ਵਾਲਾ, ਉਹ ਤੁਹਾਡਾ ਤਾਂ ਨਹੀਂ ਕੁਛ ਕਰਦੇ ਆਪਣੀ। ਚਲੋ ਕਮ ਜੇ ਜ਼ਿਆਦਾ ਕਰਦੇ ਨੇ, ਆਪਣੀ ਔਲਾਦ ਦੀ ਅਣਦੇਖੀ ਕਰਦੇ ਨੇ। ਉਹ ਤੁਹਾਡੇ ਕੋਲ ਆਪਣੇ ਮੁਲਕ ਦਾ, ਤੁਸੀਂ ਕਿੰਨੇ ਮੁਲਕ ਨੂੰ ਭੁੱਖਾ ਮਾਰ ਰਹੇ ਹੋ? ਇਹਦੇ ਖਿਲਾਫ ਕੋਈ ਨਹੀਂ ਬੋਲਦਾ। ਠੀਕ ਹੈ। ਇਹ ਆਪਣੇ ਤੇ ਆਉਂਦੀਆਂ ਗੱਲ, ਬੋਲੇ ਕੌਣ ਇਹਦੇ ਖਿਲਾਫ? ਇੱਥੇ ਤਾਂ ਸੰਤ ਵੀ ਨਹੀਂ ਹੈ ਕੋਈ ਇਹੋ ਜਿਹਾ ਜਿਹੜਾ ਬੋਲ ਲਵੇ। ਸੰਤ ਤਾਂ ਇਹਨਾਂ ਤੇ ਡਰਦੇ ਨੇ, ਆਪ ਅਪਰਾਧੀ ਨੇ ਬੋਲਣ ਕਿਵੇਂ? ਇਹ ਜਿਹੀ ਸੰਤ ਨੇ। ਠੀਕ ਹੈ। ਇਹ ਜਿਹੀ ਧਾਰਮਿਕ ਲੋਕ ਨੇ। ਹਾਂਜੀ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ। ਨਾਮ ਦੇ ਰੰਗ ਨਾਲ ਸਾਰੇ ਸੁੱਖ ਪੈਦਾ ਹੁੰਦੇ ਨੇ। ਜੇ ਨਾਮ ਦਾ ਰੰਗ ਚੜਿਆ ਹੋਵੇ ਫਿਰ ਸੁੱਖ ਨੇ। ਇਹਨਾਂ ਚੀਜ਼ਾਂ ਨਾਲ ਸੁੱਖ ਨਹੀਂ ਹੈ। ਬੜੇ ਬੜੇ ਵਿਆਹ ਕਰ ਲਏ, ਬੜੇ ਬੜੇ ਕੋਠੀਆਂ ਬਣਾ ਲੀਆਂ, ਇਹਦੇ ਨਾਲ ਕਾਹਦੇ ਸੁੱਖ ਨੇ? ਆਤਮਾ ਤਾਂ ਤੁਹਾਡੀ ਬਹੁਤ ਮਤਲਬ ਹੈ ਡਿਪਰੈਸ਼ਨ ਦੇ ਵਿੱਚ ਗਈ ਹੋਈ ਹੈ ਦੁਨੀਆ। ਆਤਮਕ ਸੁੱਖ ਨਹੀਂ ਕਿਸੇ ਨੂੰ। ਪੀਸ ਆਫ ਮਾਈਂਡ ਕਿਉਂ ਨਹੀਂ ਹੈ? ਪੀਸ ਆਫ ਮਾਈਂਡ ਨਹੀਂ ਕਿਸੇ ਕੋਲ ਵੀ ਹੈ। ਠੀਕ ਹੈ ਜੀ। ਪਹਿਲਾਂ ਜਿੰਨਾ ਮਰਜ਼ੀ ਹੋਵੇ, ਪੀਸ ਆਫ ਮਾਈਂਡ ਹੈ ਨਹੀਂ। ਜਿਹੜੀ ਚੀਜ਼ ਨਾਲ ਪੀਸ ਆਫ ਮਾਈਂਡ ਨਹੀਂ ਬਣਦਾ, ਤੁਸੀਂ ਉੱਥੇ ਲੈਣਾ ਕੀ ਆ? ਉਹ ਤਾਂ ਭੱਜੇ ਦੂਰ ਰਹੋ ਸਮਾਂ ਉੱਥੇ। ਠੀਕ ਹੈ ਜੀ। ਹਾਂਜੀ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਣ ਆਪੇ ਆਪ, ਇਹ ਪੁੱਠੇ ਸਿੱਧੇ ਕੰਮ ਆਪੇ ਕਰਦਾ ਆਪਣੀ ਮਰਜ਼ੀ ਨਾਲ। ਸਿੱਧੇ ਕਰ ਲਵੇ ਕਿਸੇ ਨੇ ਹਟਾਇਆ, ਪੁੱਠੇ ਕਰਦਾ। ਜਾਣਦਾ ਵੀ ਹੈ ਫਿਰ ਕਿਹੜਾ ਹਟਦਾ ਪੁੱਠੇ ਕਰਦਾ। ਠੀਕ ਹੈ ਜੀ। ਜੇ ਸਿੱਧੇ ਕੰਮ ਨਹੀਂ ਕਰਦਾ, ਪੁੱਠੇ ਕਰਦਾ, ਕਰਪਸ਼ਨ ਕਰਦਾ। ਕਰਪਸ਼ਨ ਚ ਚਾਹੁੰਦਾ ਪਰਮੇਸ਼ਰ ਕਰਪਸ਼ਨ ਕਰਾ। ਦੇਖੋ ਜੇ ਔਗਣ ਵੀ ਚਾਹੁੰਦਾ, ਔਗਣ ਵੀ ਕਰਾ ਦਿੰਦਾ ਹੋਏ ਤੇ ਆਹੋ ਇਹ ਨਹੀਂ ਹੈ। ਜੋ ਮੰਗੇ ਠਾਕਰ ਆਪਣੇ ਸੋਈ ਦੇਵ ਹੁੰਦਾ ਤਾਂ ਉਹਦੇ ਹੁਕਮ ਨਾਲੇ, ਪਰ ਇਹ ਹਟਦਾ ਹੀ ਨਹੀਂ। ਜਦ ਜੇ ਪੁੱਠੇ ਕੰਮਾਂ ਦਾ ਤਪ ਕਰਦਾ ਹੈ, ਜਿਹੜੀ ਇੱਛਾ ਬਣਦੀ ਹੈ ਲਗਾਤਾਰ ਰਹਿੰਦੀ ਹੈ, ਉਹਦਾ ਤਪ ਬਣ ਜਾਂਦਾ। ਜੋ ਮਨ ਦੀ ਲਗਾਤਾਰ ਇੱਛਾ ਨਾ, ਜਿਹੜੀ ਇਹ ਜਿੱਦ ਪਿਆਰਿਆਂ ਦਾ, ਇਹਦਾ ਤਪ ਬਣ ਜਾਂਦਾ। ਹੋਈ ਚਾਹੇ ਭਗਤੀ ਹੋਵੇ, ਚਾਹੇ ਭਗਤੀ ਤੋਂ ਉਲਟ ਹੋਵੇ, ਉਹ ਵੀ ਤਪੇ ਬਣ ਜਾਂਦਾ। ਠੀਕ ਹੈ। ਹਾਂ, ਉਹ ਫਿਰ ਇਹ ਪੂਰੀ ਕਰਨੀ ਪੈਂਦੀ ਆ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਠੀਕ ਹੈ। ਜਦੋਂ ਕਹਿੰਦਾ ਵੀ ਮੈਨੂੰ ਕਿਤੇ ਨਾ ਕਿਤੇ ਕੁਰਸੀ ਮਿਲ ਜਾਵੇ, ਮੈਂ 2 ਲਾਵਾਂ, ਹਟਦਾ ਹੀ ਨਹੀਂ ਸਾਰੀ ਜ਼ਿੰਦਗੀ। 50-50 ਸਾਲ ਫਿਰ ਉਹ ਕਿਤੇ 2 ਲੱਗ ਜਾਂਦਾ ਇਹਦਾ। ਠੀਕ ਹੈ। ਆ 2 ਲੱਗ ਜਾਂਦਾ, ਨਰਕਾਂ ਦੇ ਰਸੇ ਵੱਢ ਲੈਂਦਾ ਫਿਰ ਆਪਣੇ। ਇਹ ਜਾ ਕੁਛ ਹੈ। ਠੀਕ ਹੈ ਜੀ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਹਾਂ, ਨਾਨਕ ਕਹਿੰਦਾ ਹਰ ਜਾਣ ਤੂੰ ਹਰ ਆਪੇ ਕਰਨ ਕਰਾਵਣ ਹਾਰ ਹੈ ਜਿਹੜਾ ਤੇਰੇ ਅੰਦਰ ਬੈਠਾ। ਜਾਣ ਤਾਂ ਤਾਂ ਹੀ ਚਾਹੁੰਦਾ ਆਪਣ ਕਰਨਾ ਸਾਡਾ ਕੌਣ। ਅੰਦਰੋਂ ਚਾਹੁੰਦੇ ਤੂੰ ਔਗਣ ਕਰਦੇ, ਜਦ ਫੇਰ ਕੌਣ ਹਟਾਵੇ? ਜੇ ਬਾਹਰਲਾ ਔਗਣ ਕਰੇ, ਅੰਦਰਲਾ ਵਿਰੋਧ ਕਰੇ, ਫਿਰ ਤਾਂ ਗੱਲ ਹੋਰ ਹੈ। ਪਰ ਜੇ ਆਪ ਅੰਦਰਲਾ ਬਾਹਰਲਾ ਦੋਏ ਰਲ ਜਾਣ ਔਗਣ ਕਰਨ ਨੂੰ, ਫਿਰ ਪਰਮੇਸ਼ਰ ਨੂੰ ਕੀ ਲੋੜ ਹੈ ਹਟਾਉਣ ਦੀ? ਫਿਰ ਉਹ ਕਹਿੰਦੇ ਦੇਵੋ ਖੂਚ। ਠੀਕ ਹੈ। ਹਾਥ ਦੀਪ ਕੂਏ ਪੜਾ। ਹੱਥ ਦੀਵਾ ਹੋਵੇ ਕੁਝ ਡੇ, ਬੁੱਧੀ ਇਹਦੇ ਕੋਲ ਹੈ, ਅਕਲ ਕੋਲ ਹੈ। ਭਲੇ ਬੁਰੇ ਦਾ ਪਤਾ ਖੂਜ ਦੇਗੇ, ਫਿਰ ਉਹ ਕਹਿੰਦੇ ਵੀ ਡਿੱਗ ਬਈ। ਠੀਕ ਹੈ, ਦੇਖ ਕੇ ਦੇਖ ਲਓ। ਹਾਂਜੀ। ਕਰਨ ਕਰਾਵਣ ਕਰਨੇ ਹਾਰ, इसके हाथ कहाँ विचार। ਕਰਨ ਕਰਾਵਣ ਕਰਨੇ ਹਾਰ, इसके हाथ कहाँ विचार। ਕਰਨ ਕਰਾਵਣ ਕਰਨੇ ਹਾਰ, ਹੁਕਮ ਦਾ ਪਰਮੇਸ਼ਰ ਦਾ ਹੀ ਚੱਲਦਾ। ਇਹ ਠੀਕ ਹੈ, ਪਰ ਜਾਵੇ ਮੰਗਦਾ ਕਿਤੇ ਤੱਕ ਹੱਥ ਜਾਏ ਤੇ ਵਿਚਾਰ ਦੀ ਗੱਲ ਹੈ।
ਆਪਣੇ ਹੱਥ ਦੇ ਕੁਝ ਹੈ ਨਹੀਂ, ਪਰ ਪੈਰ ਕੁਹਾੜਾ ਮਾਰਨ ਵਾਸਤੇ ਲੈ ਲੈਂਦਾ ਉਤੇ। ਜਦ ਜਿੱਦ ਪੈ ਜਾਂਦਾ ਬੱਚਾ ਤਾਂ ਕੋਈ ਚੀਜ਼ ਬੁੱਲੀ ਪੈ ਜਾਂਦੀ ਹੈ। ਜਦ ਜਿੱਦੇ ਪੈ ਜਵੇ ਮੈਂ ਤਾਂ ਇਹ ਚੀਜ਼ ਲੈਣੀ ਹੈ, ਫਾਹ ਹੀ ਲੈਣਾ, ਲੈ ਬਈ ਫਾਹ ਹੀ ਲੈ ਲਾ ਤੂੰ, ਫਾਹ ਲੈ ਕੇ ਦੇਖ ਲੈ ਤੂੰ, ਇਹਦੇ ਤੋਂ ਤੈਨੂੰ ਕੀ ਮਿਲਦਾ। ਇਹ ਵੀ ਗਿਆਨ ਹੈ, ਫਾਹੇ ਚੋਂ ਗਿਆਨ ਮਿਲਦਾ ਫਿਰ ਇਹਨੂੰ। ਜੇ ਹਟਾ ਦੇਵੇ ਤਾਂ ਉਹਨੂੰ ਗਿਆਨ ਨਹੀਂ ਮਿਲਣਾ ਹੈ ਵੀ ਆ ਪੁੱਠਾ ਕੰਮ ਮੈਨੂੰ ਕਰ ਨਹੀਂ ਦਿੱਤਾ, ਪਤਾ ਨਹੀਂ ਮੈਨੂੰ ਇਹ ਚ ਕੀ ਫਾਇਦਾ ਸੀ। ਪੁੱਠਾ ਕੰਮ ਜਦ ਕਹਿੰਦਾ ਵੀ ਚਲੋ ਵੀ ਜੇ ਮੰਗਦਾ ਹੈ ਤਾਂ ਇਹਨੂੰ ਦੇ ਹੀ ਦੋ। ਉਹ ਕਹਿੰਦੇ ਮੇਰੇ ਹੱਥ ਤੇ ਤਾਂ ਜਿਹੜਾ ਹੈ ਨਾ ਉਹ ਚਮਕਦਾ ਚੁੱਲ੍ਹੇ ਦੇ ਵਿੱਚ ਚਮਕਦਾ ਕੋਲਾ, ਮੈਨੂੰ ਉਹ ਦੇ ਦੇ, ਮੈਂ ਹੱਥ ਤੇ ਰੱਖ ਕੇ ਉਹਨੂੰ ਮੂੰਹ ਚ ਪਾਉਣਾ। ਉਹ ਕਹਿੰਦਾ ਹੱਥ ਚੱਲ ਜੂ, ਉਹ ਕਹਿੰਦਾ ਨਹੀਂ ਜਲਦਾ, ਮੈਂ ਤਾਂ ਇਹੀ ਪਾਉਣਾ। ਨਾ ਹੀ ਅੜੇ ਚਿਪਟੇ ਨਾਲ ਲਾ ਕੇ ਚੱਕ ਕੇ ਹੱਥ ਤੇ ਰੱਖ ਦਿੰਦਾ, ਲੈ ਪਾ ਲੈ ਮੂੰਹ ਚ, ਦੇਖ ਲੈ ਸਵਾਦ। ਜਿੰਨਾ ਚਿਰ ਮੂੰਹ ਚ ਪਾ ਕੇ ਸਵਾਦ ਦੇਖਦਾ ਨਹੀਂ ਹੱਥ ਤੇ ਰੱਖ ਕੇ, ਉਹਨਾਂ ਚਿਰ ਮੰਨਦਾ ਵੀ ਹੈ ਨਹੀਂ। ਤਜਰਬੇ ਚੋਂ ਮੰਨਦਾ ਮਨ। ਇਹ ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ। ਜੇ ਤਜਰਬੇ ਚੋਂ ਨਾ ਮੰਨਦਾ ਹੋਵੇ, ਬੱਚੇ ਸਿਆਣੇ ਦੀ ਗੱਲ ਮੰਨ ਲੈਣ। ਸਿਆਣਿਆਂ ਦੀ ਗੱਲ ਬੱਚੇ ਤਾਂ ਹੀ ਨਹੀਂ ਮੰਨਦੇ ਜਾਂ ਆਪ ਤਜਰਬਾ ਕਰਦੇ ਨੇ, ਜਦ ਮੰਨਦੇ ਨੇ, ਕਹੇ ਤੇ ਨਹੀਂ ਮੰਨਦੇ। ਇੱਥੋਂ ਹੀ ਪਤਾ ਲੱਗਦਾ ਵੀ ਇਹ ਕਹੇ ਤੇ ਨਹੀਂ ਮੰਨਦਾ, ਤਜਰਬੇ ਚੋਂ ਮੰਨਦਾ। ਤਜਰਬੇ ਚੋਂ ਅਕਲ ਆਉਂਦੀ ਹੈ ਇਹਨੂੰ। ਪਰਮੇਸ਼ਰ ਵੀ ਅੰਤਰਾਤਮਾ ਕਹਿੰਦੀ ਰਹਿੰਦੀ ਹੈ, ਨਾ ਕਰੇ ਕਿਹੜਾ ਮੰਨਦਾ। ਤਜਰਬੇ ਚੋਂ ਮੰਨਦਾ ਹੈ। ਜਦ ਇਹਦੇ ਨਾਲ ਹੱਡ ਬੀਤਦੀ ਹੈ ਫਿਰ ਪਤਾ ਲੱਗਦਾ। ਹੱਡ ਬੀਤੀ ਨੂੰ ਇਹ ਚੋਂ ਗਿਆਨ ਲੈਂਦਾ, ਹੱਡ ਬੀਤੀ ਚੋਂ ਗਿਆਨ ਲੈਂਦਾ। ਹਾਂ ਠੀਕ ਹੈ ਜੀ। ਜਵਾਨੀ ਦੀ ਕਹੀ ਗੱਲ ਨਹੀਂ ਮੰਨਦਾ। ਗੁਰਬਾਣੀ ਨੂੰ ਕਿਹੜਾ ਅਸੀਂ ਮੰਨਦੇ ਹਾਂ? ਗੁਰਬਾਣੀ ਨੂੰ ਨਹੀਂ ਮੰਨਦੇ। ਦੇਖੋ ਠੀਕ ਹੈ ਜੀ। ਗੁਰਬਾਣੀ ਨੂੰ ਉਪਦੇਸ਼ ਹੈ, ਗੁਰਬਾਣੀ ਕਈ ਗੱਲ ਨੂੰ ਨਹੀਂ ਮੰਨਦਾ। ਇਹਦਾ ਸੁਭਾਅ ਹੈ। ਵੀਰ ਕਹਿੰਦਾ ਕਹੀ ਨਾ ਉਪਜੈ, ਉਪਜੀ ਜਾਣਾ, ਭਾਵ ਅਭਾਵ ਵਿਹੂਣਾ। ਇਹਦੇ ਸੁਭਾਅ ਚ ਹੈ। ਕਹੀ ਹੋਈ ਗੱਲ ਨੂੰ ਨਹੀਂ ਮੰਨਦਾ ਹੈ। ਜਿਹੜੀ ਇਹਦੇ ਆਪਣੇ ਅੰਦਰ ਗੱਲ ਪੈਦਾ ਹੋਈ ਹੈ ਫੁਰਨਾ, ਉਹਨੂੰ ਇਹ ਪੂਰਾ ਕਰਨਾ ਚਾਹੁੰਦਾ, ਉਹਦਾ ਤਜਰਬਾ ਕਰਨਾ ਚਾਹੁੰਦਾ। ਜਿਹੜਾ ਆਪ ਚਾਹੁੰਦਾ ਉਹ ਗੱਲ ਪੂਰੀ ਕਰਕੇ ਦੇਖਣੀ ਚਾਹੁੰਦਾ, ਕੀ ਰਿਜ਼ਲਟ ਨਿਕਲੂ। ਜੇ ਕੋਈ ਕਹੇ ਮੈਂ ਐਂ ਕੀਤਾ ਸੀ, ਐਂ ਹੋ ਗਿਆ, ਨਹੀਂ ਮੰਨਦਾ। ਉਹ ਕਹਿੰਦਾ ਨਹੀਂ ਨਹੀਂ, ਤੇਰੀ ਕੋਈ ਗਲਤੀ ਹੋ ਗਈ, ਤੇਰੇ ਹੋ ਗਿਆ, ਹੋ ਕਿਵੇਂ ਜਾਊਗਾ? ਮੈਂ ਕਰਦਾ ਤੇ ਖਬਰ ਲੱਗੇ ਮੈਂ ਹੋ ਜੂ। ਹਾਂਜੀ। ਭਾਵ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਉਹ ਜੀ ਉਹ ਦ੍ਰਿਸ਼ਟ ਕਰ, ਜਿਹੋ ਜੀ ਦ੍ਰਿਸ਼ਟੀ ਕਰਦਾ, ਜਿਹੋ ਜੀ ਸੋਚ ਕਰਦਾ, ਜਿਹੋ ਜੀ ਦੀ ਸੋਚ ਹੁੰਦੀ ਹੈ ਉਹ ਜਿਹਾ ਹੋ ਜਾਂਦਾ ਹੈ। ਭੈੜੀ ਸੋਚ ਹੈ ਤਾਂ ਆਦਮੀ ਭੈੜਾ ਹੈ, ਚੰਗੀ ਸੋਚ ਹੈ ਤਾਂ ਆਦਮੀ ਚੰਗਾ ਹੈ। ਜਿਹਦੀ ਸੋਚ ਭੈੜੀ ਹੈ ਉਹ ਭੈੜਾ ਹੈ, ਜਿਹਦੀ ਸੋਚ ਚੰਗੀ ਹੈ ਉਹ ਚੰਗਾ। ਜੇ ਸੋਚ ਭੈੜੀ ਹੈ ਉਹ ਜੇ ਕੰਮ ਕਰਦਾ, ਜੇ ਸੋਚ ਚੰਗੀ ਹੋ ਜੇ ਕੰਮ ਕਰਦਾ। ਆਪੇ ਚੰਗੀ ਸੋਚ ਹੈ ਚੰਗੇ ਪਾਸੇ ਜਾਂਦਾ, ਭੈੜੀ ਸੋਚ ਹੈ ਭੈੜੇ ਪਾਸੇ ਚਲੇ ਜਾਂਦਾ। ਠੀਕ ਹੈ ਜੀ। ਆਪੇ ਆਪ ਆਪ ਪ੍ਰਭ ਸੋਏ। ਆਪ ਆਪਣਾ ਪ੍ਰਭ ਆਪੇ ਹੈ। ਉਹ ਪ੍ਰਭ ਵੀ ਇਹਦੇ ਵਿੱਚ ਹੈ, ਚੇਲਾ ਵੀ ਵਿੱਚ ਆਪੇ, ਗੁਰੂ ਵੀ ਆਪੇ। ਆਪੇ ਗੁਰ ਚੇਲਾ ਨਾ। ਠੀਕ ਹੈ ਜੀ। ਜੇ ਗੋਰਾ ਚੇਲਾ ਦੋਏ ਕੋ ਸੋਚ ਰੱਖ ਬਣਾ ਲੈਣ ਭਲਾ ਜਿਹੜੇ ਕੰਮ ਦੀ, ਉਹ ਭੈੜਾ ਹੋਵੇ ਚਾਹੇ ਉਧਰ ਨੂੰ ਜਾਂਦੇ ਨੇ। ਫਿਰ ਇਹ ਡਾਕੂ ਕਿਵੇਂ ਬਣਦੇ ਨੇ, ਚੋਰ ਕਿਵੇਂ ਬਣਦੇ ਨੇ? ਚਿੱਤਰ ਮਨ ਦੋਏ ਚਾਹੁੰਦੇ ਨੇ। ਹਟਾਉਣ ਵਾਲਾ ਹੈ ਹੀ ਨਹੀਂ, ਫਿਰ ਕੌਣ ਹਟਾਉਣ ਵਾਲਾ? ਠੀਕ ਹੈ। ਹਟਾਉਣ ਵਾਲਾ ਕੋਈ ਵੀ ਨਹੀਂ। ਭੈੜੇ ਕੰਮਾਂ ਚੋਂ ਵੀ ਸਿੱਖਿਆ ਮਿਲਦੀ ਹੈ। ਭੈੜਿਆਂ ਤੋਂ ਸਿੱਖਿਆ ਮਿਲਦੀ ਹੈ। ਭੈੜਿਆਂ ਦਾ ਰਿਜ਼ਲਟ ਬੁੱਧੇ ਕੰਮੀ ਨਾਨਕਾ, ਅੰਧੀ ਕੰਮੀ ਅੰਧਮਨ ਮੰਨਣ ਦੇ ਤਨੰਦ। ਜਿਹੜੇ ਅੰਨੇ ਹੋ ਕੇ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਰਿਜ਼ਲਟ ਨਿਕਲਦੇ ਨੇ। ਜਿਵੇਂ ਰਾਵਣ ਦੀ ਕਥਾ ਸੁਣਾਈ ਜਾਂਦੀ ਹੈ,
ਮਹਾਂਭਾਰਤ ਦੀ ਕਥਾ ਸੁਣਾਈ ਜਾਂਦੀ ਹੈ। ਕਿਉਂ ਸੁਣਾਈ ਜਾਂਦੀ ਹੈ? ਚਾਹੇ ਉਹ ਦੰਤ ਕਥਾ ਹੀ ਹੋਵੇ, ਠੀਕ ਹੈ ਕਿ ਉਹਨਾਂ ਨੇ ਆਹ ਬੰਦਾ ਕੀਤਾ, ਉਹਨਾਂ ਨੂੰ ਉਹਦਾ ਰਿਜ਼ਲਟ ਮਿਲਿਆ। ਉਹ 'ਚ ਵੀ ਗਿਆਨ ਹੈ। ਠੀਕ ਹੈ ਜਿਹੜੇ ਚੰਗੇ ਪੱਖ ਵਾਲੇ ਨੇ ਉਹ ਵੀ ਗਿਆਨ ਹੈ। ਸੰਸਾਰ ਦੇ ਵਿੱਚ ਚੰਗੇ ਔਰ ਪੁੰਨ ਔਰ ਪਾਪ ਦਾ ਮਿਕਸਚਰ ਹੈ ਸੰਸਾਰ। ਪੁੰਨ ਵੀ ਹੋਣਾ, ਇਹਦੀ ਇੱਛਾ ਪਾਪੀ ਵੀ ਅੱਛੀ ਨੇ, ਪੁੰਨੀ ਵੀ ਅੱਛੀ ਨੇ। ਪਾੜ ਜਿੱਦਾਂ ਨਾ ਮਰਜ਼ੀ ਲੈ ਲਵੇ, ਦੋ ਟੀਮਾਂ ਨੇ, ਮਨਮੁਖਾਂ ਦੀ ਗੁਰਮੁਖਾਂ ਦੀ। ਜਿਹੜੀ ਟੀਮ ਦੇ ਵਿੱਚ ਮਰਜ਼ੀ ਚਲਾ ਜਾਵੇ, ਦੋਵਾਂ ਦੀ ਖੇਡ ਚੱਲਦੀ ਹੈ। ਜੇ ਕੋਈ ਕਹੇ ਮੈਂ ਤਾਂ ਅਪਰਾਧੀਆਂ ਦੀ ਟੀਮ ਦੇ ਵੱਲੋਂ ਖੇਲਣਾ, ਉਹ ਕਹਿੰਦੇ ਇੱਧਰੋਂ ਖੇਲ ਲੈ, ਚੱਲ ਕੋਈ ਨਹੀਂ। ਖੇਡ ਤਾਂ ਸੰਸਾਰ ਦੀ ਹੋਇਆ ਨਾ, ਇਹ ਤਾਂ ਸੁਪਨੇ ਦੀ ਖੇਡ, ਸੁਪਨੇ ਦੀ ਉਹ ਖੇਡ ਹੈ। ਚੱਲ ਭਾਈ ਇੱਧਰੋਂ ਖੇਡ ਲੈ। ਕੋਈ ਪੁਲਿਸ ਵੱਲੋਂ ਖੇਡਦਾ ਖੇਡ, ਕੋਈ ਡਾਕੂਆਂ ਵੱਲੋਂ ਖੇਡਦਾ, ਕੋਈ ਅੱਤਵਾਦੀਆਂ ਵੱਲੋਂ ਖੇਡਦਾ, ਕੋਈ ਸਰਕਾਰ ਦੇ ਫੌਜ ਔਰ ਪੁਲਿਸ ਵੱਲੋਂ ਖੇਡਦਾ। ਦੋਏ ਠੀਕ ਹੈ ਹਾਂਜੀ। ਇੱਕ ਨੂੰ ਮਾੜਾ ਕਹਿੰਦਾ ਸੰਸਾਰ, ਇੱਕ ਨੂੰ ਚੰਗਾ ਕਹਿੰਦਾ ਸੰਸਾਰ। ਠੀਕ ਹੈ ਜੀ। ਜੋ ਕਿਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭੂ ਕੈ ਸੰਗੀ। ਜੋ ਕੁਝ ਕੀਆ ਸੋ ਆਪਣੇ ਰੰਗ, ਆਪਣੇ ਰੰਗੀ ਕਰਦਾ ਹੈ ਸਭ ਕੁਝ। ਜਿਹੜਾ ਆਪਣੇ ਨਾਲ ਹੈ ਉਹਦੀ ਗੱਲ ਚੱਲਦੀ ਹੈ। ਸਭੂ ਕੇ ਸੰਗ ਹੈ ਜਿਹੜਾ ਸਾਡਾ ਮੂਲ ਹੈ ਸਾਰਿਆਂ ਤੇ। ਸਾਨੂੰ ਪਤਾ ਨਹੀਂ ਮੂਲ ਹੈ ਕੌਣ। ਆਪਣਾ ਮੂਲ ਪਛਾਣ ਕੇ ਹੈ, ਜੇ ਪਛਾਣ ਨੂੰ ਤਾਂ ਹੀ ਗਿਆ, ਜੇ ਸਮਝ ਹੁੰਦੀ, ਜੇ ਪਤਾ ਹੁੰਦਾ ਆਵੇ ਪਛਾਣ ਦੀ ਕੀ ਲੋੜ ਹੈ। ਸਭ ਉਹ ਦੂਰ, ਉਹ ਤਾਂ ਸਾਨੂੰ ਗਿਆਨ ਹੈ ਨਹੀਂ ਤਾਂ ਕਰਕੇ ਦੂਰ ਹੈ, ਪਰ ਹੈ ਸਾਡੇ ਸਾਰਿਆਂ ਦੇ ਸਮਝੇ। ਉਹਦੇ ਰੰਗ ਦੇ ਵਿੱਚ ਦੋਏ ਰਲ ਕੇ ਹੀ ਇੱਕ ਹੋ ਕੇ ਕਰਦੇ ਨੇ। ਜੋ ਕੁਝ ਕੀਆ ਸੋ ਆਪਣੇ ਰੰਗ, ਆਪਣੇ ਰੰਗੀ, ਆਪਣੀ ਮਰਜ਼ੀ ਨਾਲ, ਆਪਣੀ ਮਰਜ਼ੀ ਦਾ ਰੰਗ। ਪਰਮੇਸ਼ਰ ਦਾ ਰੰਗ ਪਰਮੇਸ਼ਰ ਦੇ ਭਾਣੇ ਚ ਹੈ, ਆਪਣਾ ਰੰਗ ਆਪਣੇ ਭਾਣੇ ਚ। ਜਿਹੜਾ ਆਪਣੇ ਭਾਣੇ ਚੱਲਦਾ ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਚੱਲਣੇ ਪਾਏ ਵਿੱਚ ਬਹੁਤ ਬੈਠਾ ਹੈ। ਆਪਣੀ ਸੋਚ ਅਨੁਸਾਰ ਚੱਲਦਾ, ਵਿਛੜ ਹੈ, ਚੋਟ ਖਾਂਦਾ ਹੈ। ਨਾਮ ਨਾਲ ਨਹੀਂ ਜੁੜ ਸਕਦਾ ਹੈ, ਨਾਮ ਤੋਂ ਵਿਛੜਿਆ ਹੋਇਆ। ਫਿਰ ਗੁਰ ਕੇ ਬਾਣੀ ਚੱਲਦਾ, ਨਾਮ ਦੇ ਨਾਲ ਸਮਾ ਜਾਂਦਾ। ਹਾਂਜੀ। ਸਭ ਤੇ ਦੂਰ ਸਭੂ ਕੇ ਸੰਗ, ਇਹਦਾ ਕੀ ਭਾਵ ਬਣਦਾ ਜੀ? ਜੇ ਅਗਿਆਨੀ ਆ ਸਾਨੂੰ ਪਤਾ ਨਹੀਂ ਤਾਂ ਦੂਰ ਹੈ, ਇਹ ਸਾਰਿਆਂ ਦੇ ਸਮਝੇ। ਠੀਕ ਹੈ। ਅਗਿਆਨਤਾ ਭਾਸ਼ਾ ਅਸੀਂ ਦੂਰ ਸਮਝਦੇ ਹਾਂ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਅਗਿਆਨਤਾ ਵਾਸਤਾ ਅਸੀਂ ਦੂਰ ਸਮਝਦੇ ਹਾਂ, ਪਰ ਹੈ ਤਾਂ ਸਾਰਿਆਂ ਦੇ ਸਮਝੇ ਹੋ। ਸੂਰਜ ਕਦੇ ਧੁੱਪ ਤੋਂ ਅਲੱਗ ਨਹੀਂ ਹੁੰਦਾ, ਕਿਉਂ? ਸੂਰਜ ਧੁੱਪ ਦਾ ਮੂਲ ਹੈ। ਠੀਕ ਹੈ। ਸੂਰਜ ਹਮੇਸ਼ਾ ਧੁੱਪ ਤੇ ਰੋਸ਼ਨੀ ਦੇ ਵਿਚਾਲੇ ਵਸਦਾ ਹੁੰਦਾ। ਜਿੱਥੋਂ ਮਨੁੱਖ ਰੋਸ਼ਨੀ ਪੈਦਾ ਹੋਈ ਹੈ, ਇਹਦੇ ਨਾਲ ਵਸਦਾ, ਉਹ ਇਹਦੇ ਵਿੱਚ ਹੈ, ਉਹ ਸੰਗਤਾਂ ਹੈ। ਮਨ ਰੋਸ਼ਨੀ ਉਹਦੀ ਹੈ, ਇਸਦੇ ਚਾਨਣ ਸਭ ਨਾਲ ਚਾਨਣ ਹੋਏ। ਉਹ ਚਾਨਣ ਉਹਦਾ ਚਾਨਣ ਕੌਣ ਕਰਦਾ? ਹਰ ਕਰਦਾ ਚਾਨਣ। ਚਾਨਣ ਦਾ ਜੀਵ ਹੈ, ਹਰ ਤੋਂ ਚਾਨਣ ਪੈਦਾ ਹੋਇਆ ਹੈ। ਫਿਰ ਚਾਨਣ ਤੋਂ ਹਰ ਅਲੱਗ ਕਿਵੇਂ ਹੋ ਜਾਊਗਾ? ਠੀਕ ਹੈ ਜੀ। ਪਰ ਚਾਨਣ ਨੂੰ ਬਾਹਰ ਨੂੰ ਝਾਕਦਾ ਨਾ, ਉਹਨੂੰ ਨਹੀਂ ਪਤਾ ਮੇਰੇ ਅੰਦਰ ਕੌਣ ਹੈ। ਅੰਦਰ ਨੂੰ ਝਾਕੇ ਤਾਂ ਨਾਲ ਹੈ, ਬਾਹਰ ਨੂੰ ਝਾਕਦੇ ਨੇ ਤਾਂ ਦੂਰ ਹੈ। ਠੀਕ ਹੈ। ਅੱਖਾਂ ਤੇ ਝਾਕਦੇ ਆ, ਕੰਨਾਂ ਤੇ ਬਾਹਰੋਂ ਸੁਣਨਾ। ਜੇ ਅਸੀਂ ਬਾਹਰ ਜੁੜੇ ਹੋਏ ਤਾਂ ਦੂਰ ਹੈ, ਜੇ ਅੰਦਰ ਜੁੜੀਏ ਤਾਂ ਨਾਲ ਹੈ। ਹਾਂਜੀ। ਅੰਦਰ ਝਾਕੀਏ ਤਾਂ ਨਾਲ ਹੈ, ਬਾਹਰ ਨੂੰ ਝਾਕੀਏ ਤਾਂ ਦੂਰ ਹੈ। ਠੀਕ ਹੈ ਜੀ। ਹਾਂਜੀ। ਬੁੱਝੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ। ਦੇਖੋ ਬੁੱਝ ਲਵੇ ਔਰ ਦੇਖ ਲਵੇ, ਜਿਹੜਾ ਆਪਣੇ ਅੰਦਰ
ਕਰੇ ਵਿਵੇਕ ਫਿਰ ਉਹ ਵਿਵੇਕ ਵਿਚਾਰ ਕਰਦਾ, ਫਿਰ ਆ ਗੁਰਬਾਣੀ ਰਚ ਕੇ ਫਿਰ ਸਮਝਾਉਂਦਾ ਲੋਕਾਂ ਨੂੰ, ਫਿਰ ਵਿਵੇਕ ਵਿਚਾਰ ਦੱਸਦਾ ਕਰਦਾ, ਫਿਰ ਵਿਵੇਕ ਗਿਆਨ ਕਰਾਉਂਦਾ ਲੋਕਾਂ ਨੂੰ, ਸਮਝਦਾ ਸਮਝਾਉਂਦਾ, ਬੁੱਝੇ ਦੇਖੇ ਕਰੇ ਵਿਵੇਕ। ਹਾਂਜੀ ਫਿਰ ਉਹ ਕੀ ਦੱਸਦਾ, ਆਪੇ ਏਕ ਆਪੇ ਅਨੇਕ, ਏਕ ਵੀ ਉਹੀ ਹੈ ਬ੍ਰਹਮਾ, ਅਨੇਕ ਵੀ ਉਹੀ ਹੈ ਬ੍ਰਹਮ। ਮਨ ਕਰਕੇ ਵੀ ਉਹ ਹੈ, ਚਿੱਤ ਕਰਕੇ ਵੀ ਉਹੀ ਹੈ। ਮਨ ਕਰਕੇ ਅਨੇਕ ਹੈ, ਚਿੱਤ ਕਰਕੇ ਏਕ ਹੈ। ਠੀਕ ਹੈ ਜੀ। ਚਿੱਤ ਕਰਕੇ ਏਕ ਹੈ ਸਭ ਦੇ ਵਿੱਚ, ਮਨ ਕਰਕੇ ਅਨੇਕ ਹੈ। ਸਾਡੇ ਚ ਮਨ ਕਰਦੇ ਲੈਵਲ ਤੇ ਅਨੇਕਤਾ ਹੈ, ਅਨੇਕਤਾ ਮਨ ਦੇ ਲੈਵਲ ਕਰਕੇ। ਮਨ ਦੀ ਸੋਚ ਵੱਖਰੀ ਵੱਖਰੀ ਹੈ, ਚਿੱਤ ਦੀ ਸੋਚ ਵੱਖਰੀ ਹੋਈ ਹੈ। ਠੀਕ ਹੈ ਜੀ। ਹਾਂ, ਚਿੱਤ ਦੀ ਸੋਚ ਜੇ ਮਨ ਦੇ ਮਗਰ ਲੱਗ ਜਾਏ ਫਿਰ ਆਪੇ ਵੱਖਰੀ ਹੋਗੀ, ਉਹ ਰਹੇਗੀ ਨਾ, ਚਿੱਤੀ ਦਾ ਰਹੀ ਨਾ ਵੋਟ। ਠੀਕ ਹੈ ਜੀ। ਹਾਂ ਠੀਕ ਹੈ ਜੀ। ਮਰੇ ਨਾ ਬਿਨਸੈ ਆਵੇ ਨਾ ਜਾਏ, ਨਾਨਕ ਸਾਲੀ ਰਹਿ ਸਮਾਏ। ਫਿਰ ਮਰਦਾ ਨਹੀਂ ਹੈ ਵਿਵੇਕ ਜੇ ਤਾਂ ਹੋ ਜਾਏ, ਜੇ ਸਮਝ ਲਵੇ ਬੁੱਝ ਲਵੇ ਆਪਣੇ ਮੂਲ ਨੂੰ, ਫਿਰ ਕੀ ਮੰਨਣਾ। ਨਾ ਬਿਨਸੈ ਨਾ ਆਵੇ ਨਾ ਜਾਏ, ਮਰੇ ਨਾ ਬਿਨਸੈ ਆਵੇ ਨਾ ਜਾਏ, ਨਾਨਕ ਸਾਲੀ ਰਹਿ ਸਮਾਏ। ਫਿਰ ਆਪਣੇ ਮੂਲ ਦੇ ਵੀ ਸਮਾਇਆ ਰਹਿੰਦਾ, ਨਾ ਮਰਦਾ ਨਾ ਬਿਨਸੈ, ਨਾ ਆਉਂਦਾ ਨਾ ਜਾਂਦਾ, ਫਿਰ ਤਾਂ ਸਮਾਇਆ ਰਹਿੰਦਾ। ਠੀਕ ਹੈ ਜੀ। ਹਾਂਜੀ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਉਪਦੇਸ਼ ਸਮਝੇ ਆਪ, ਆਪਣੇ ਆਪ ਨੂੰ ਆਪੇ ਉਪਦੇਸ਼ ਹੈ। ਇਹ ਹਾਂਜੀ ਆਪਣੇ ਮਨ ਨੂੰ ਆਪੇ ਬਣਾਇਆ ਜਾਂਦਾ, ਮਨ ਨਹੀਂ ਬਣਾ ਸਕਦਾ ਅਸਲ ਦੇ ਵਿੱਚ। ਭਾਵੇਂ ਉਪਦੇਸ਼ ਗੁਰਬਾਣੀ ਦਾ ਸੁਣਦਾ, ਪਰ ਬੁੱਧੀ ਉਪਦੇਸ਼ ਸੁਣ ਕੇ ਫਿਰ ਮਨ ਨੂੰ ਉਸੇ ਉਪਦੇਸ਼ ਨਾਲ ਆਪੇ ਬਣਾਉਂਦੀ ਹੈ। ਤਾਂ ਮਨ ਮੰਨਦਾ, ਮਨ ਸਮਝਾਵਣ ਕਾਲ ਦੇ ਕਛੁਕ ਪੜੀਏ ਗਿਆਨ, ਗਿਆਨ ਤਾਂ ਫੜਦੀ ਹੈ ਬੁੱਧੀ, ਫਿਰ ਮਨ ਨੂੰ ਬਣਾਉਂਦੀ ਹੈ। ਬਣਾਉਣਾ ਆਪ ਪੈਂਦਾ ਸਾਨੂੰ, ਮਨ ਆਪਣੇ ਮਨ ਨੂੰ ਆਪੇ ਉਪਦੇਸ਼ਣਾ ਪੈਂਦਾ। ਆਪ ਉਪਦੇਸ਼ ਸਮਝੇ ਆਪ, ਪਹਿਲਾਂ ਉਹ ਸਮਝਦਾ ਗੁਰਬਾਣੀ ਨੂੰ, ਫਿਰ ਆਪਣੇ ਮਨ ਨੂੰ ਉਪਦੇਸ਼ਦਾ, ਸਮਝਾਉਂਦਾ। ਆਪਣੇ ਮਨ ਨੂੰ ਆਪ ਨਹੀਂ ਕਿੰਨਾ ਚਿਰ ਉਪਦੇਸ਼ਦਾ, ਉਹਨਾਂ ਚਿਰ ਮਨ ਨਹੀਂ ਮੰਨਦਾ। ਜੇ ਅਸੀਂ ਕਹੀਏ ਵੀ ਗੁਰਦੁਆਰੇ ਸੁਣਿਆ ਹੈ ਨਾ, ਰੋਜ਼ ਸੁਣੀ ਜਾਓ ਜਾ ਕੇ, ਉਹਨਾਂ ਦਾ ਮਨ ਤੇ ਕੋਈ ਅਸਰ ਨਹੀਂ ਪੈ ਸਕਦਾ, ਕਦੇ ਵੀ ਨਹੀਂ ਪੈਣਾ। ਦੁਨੀਆ ਇੱਧਰ ਦੀ ਉੱਧਰ, ਜੇ ਤੁਸੀਂ ਜੋ ਸੁਣ ਕੇ ਆਏ ਹੋ ਸਾਰਾ ਦਿਨ ਉਹਨੂੰ ਬਣਾਉਂਦੇ ਨਹੀਂ ਮਨ ਨੂੰ, ਜਾਂ ਸੁਣ ਕੇ ਆਏ ਨਾ ਭਾਈ ਤੂੰ ਐਂ ਕਿਉਂ ਕਰਦਾ। ਠੀਕ ਹੈ। ਜੇ ਇਹ ਕੰਮ ਨਹੀਂ ਕਰਦੇ ਮਨ ਨੇ ਤਾਂ ਮੰਨਣਾ ਹੀ ਨਹੀਂ ਹੈ। ਉਹ ਸੁਣਦਾ ਇੱਕ ਘੜੀ ਹੁੰਦਾ, ਬਾਕੀ ਸਾਰਾ ਦਿਨ ਤਾਂ ਉਹਨੂੰ ਬਣਾਈ ਦਾ ਹੁੰਦਾ ਉਸੇ ਗੱਲ ਨੂੰ। ਅਸੀਂ ਸੁਣ ਕੇ ਉੱਥੇ ਛੱਡਿਆ ਉਹਨੇ, ਫਿਰ ਕਿਵੇਂ ਮੰਨ ਜੂਗਾ, ਫਿਰ ਕਿਵੇਂ ਮੰਨ ਜੂਗਾ। ਇੱਕ ਸੁਣਨ ਦਾ ਤਾਂ ਥੋੜਾ ਹੁੰਦਾ ਟਾਈਮ, ਬਣਾਉਣ ਨੂੰ ਸਾਰਾ ਦਿਨ ਆਪੇ ਬਣਾਉਣਾ ਮਨ ਨੂੰ ਆਪਣੇ ਨੂੰ। ਇਹ ਕੰਮ ਕੋਈ ਕਰੇ ਨਹੀਂ ਜਾ ਮਨ ਨੂੰ ਬਣਾਉਣ ਦਾ, ਫਿਰ ਉਹ ਸੁਣਨ ਦਾ ਕੀ ਫਲ ਮਿਲ ਜਵੇ, ਮੰਨਣ ਦਾ ਫਲ ਮਿਲਣਾ। ਜੇ ਮਨ ਮੰਨ ਗਿਆ, ਜੇ ਬਣਾਇਆ ਮਨ ਮੰਨਿਆ ਨਾ, ਫਿਰ ਵੀ ਕੀ ਫਲ ਮਿਲਦਾ, ਮੰਨਿਆ ਤਾਂ ਹੀ ਮਿਲਣਾ ਕੁਝ। ਹਾਂ, ਆਪੇ ਰਚਿਆ ਸਭ ਕੈ ਸਾਥ। ਆਪੇ ਸਭ ਦੇ ਸਾਥ ਰਚਿਆ ਹੋਇਆ ਬਣਾਉਣ ਵਾਲਾ, ਬਣਾਉਣ ਵਾਲਾ ਅੰਦਰੇ ਬੈਠਾ ਸਭ ਦੇ। ਠੀਕ ਹੈ ਜੀ। ਆਪ ਕੀਨੋ ਆਪਨ ਵਿਸਥਾਰ, ਸਭ ਕੁਛ ਉਸਕਾ ਉਹ ਕਰਨਾ ਹਾਰ। ਆਪ ਜੀ ਆਪਨ ਵਿਸਥਾਰ, ਜਿਹਨੇ ਵੀ ਆਪਣੀ ਬੁੱਧੀ ਵਧਾਈ ਆਪੇ ਵਧਾਈ। ਜੇ ਆਪਣਾ ਗਿਆਨ ਵਧਾਉਣਾ ਤਾਂ ਆਪੇ ਵਧਾਉਣਾ। ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਦਾ ਗਿਆਨ ਵੱਧ ਜਾਂਦਾ, ਆਪੇ ਵਧਾਉਂਦੇ ਨੇ। ਕੋਈ ਕੁੜੀ ਤਾਂ ਹੈ ਨਹੀਂ, ਟੀਕਾ ਤਾਂ ਹੈ ਨਹੀਂ ਵੀ ਲਾਤਾ ਉਹਦੇ ਗਿਆਨ ਵੱਧ ਗਿਆ। ਠੀਕ ਹੈ। ਉਹਨਾਂ
ਨੂੰ ਆਪੇ ਪੜ੍ਹ ਕੇ ਆਪਣਾ ਗਿਆਨ ਆਪੇ ਵਧਾਉਣਾ ਪੈਂਦਾ। ਜਿਹੜੇ ਲਗਾਤਾਰ ਪੜ੍ਹਦੇ ਰਹਿੰਦੇ ਨੇ ਗਿਆਨ ਵੱਧ ਜਾਂਦਾ, ਉਹਨਾਂ ਦਾ ਬੁੱਧੀ ਤੇਜ਼ ਹੋ ਜਾਂਦੀ ਹੈ। ਠੀਕ ਹੈ। ਆਪਣਾ ਵਿਸਥਾਰ ਬੁੱਧੀ ਦਾ ਆਪੇ ਕਰਨਾ ਪੈਂਦਾ। ਕੋਈ ਨਹੀਂ ਕਰਦਾ, ਕੋਈ ਤਾਂ ਦੱਸ ਕੇ ਪਰੇ ਹੋ ਜਾਂਦਾ ਜਦੋਂ ਉਹਨਾਂ ਚਿਰ ਵਿਸਥਾਰ ਨਹੀਂ ਹੁੰਦਾ। ਵਿਸਥਾਰ ਹੋਣ ਨੂੰ ਟਾਈਮ ਲੱਗਦਾ। ਹਾਂ, ਇਹ ਗੱਲ ਤਜਰਬੇ ਦੱਸ ਰਹੇ ਨੇ ਉਹ ਵੀ ਅਸੀਂ ਐਂ ਕੀਤਾ ਤਾਂ ਐਂ ਹੋਇਆ। ਮੈਂ ਇੱਕ ਲਫ਼ਜ਼ ਸੁਣੇ ਤੇ ਨਹੀਂ ਹੋ ਜਾਣਾ ਹੈ, ਕਰੇ ਤੇ ਹੁਣ। ਹਾਂਜੀ, ਠੀਕ ਹੈ ਜੀ। ਸਭ ਕੁਛ ਉਸਕਾ ਉਹ ਕਰਨੇ ਹਾਰ, ਸਭ ਕੁਛ ਉਸਕਾ ਉਹ ਕਰਨੇ ਹਾਰ। ਕਰਨੇ ਹਾਰ ਉਹੀ ਹੈ ਜਿਹਦਾ ਸਭ ਕੁਛ ਹੈ। ਬੁੱਧੀ ਵੀ ਉਹਦੀ ਹੈ, ਮਨ ਵੀ ਉਹਦਾ, ਕਰਨੇ ਹਾਰ ਵੀ ਉਹ ਹੈ। ਉਹਨੂੰ ਵਿਸਤਾਰ ਕਰਨਾ ਕਰ ਲਵੇ, ਨਹੀਂ ਕਰਨਾ ਨਾ ਕਰੇ। ਆਪਣਾ ਵਿਸਤਾਰ ਆਪੇ ਕਰਨਾ। ਮੂਰ ਦਾ ਹੀ ਬੁੱਧੀ ਹੈ, ਮੂਰ ਦਾ ਹੀ ਮਨ ਹੈ। ਵਿਸਤਾਰ ਵੀ ਉਹਦਾ ਹੀ ਹੋਣਾ, ਉਹਦਾ ਹੀ ਕਰਨਾ ਆਪਣਾ ਆਪੇ ਸਭ ਕੁਛ। ਆਪਣੇ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ। ਕਾਜ ਆਪਣਾ ਆਪੇ ਸਵਾਰਨਾ ਪੈਣਾ ਉਹਨੇ ਦਾ। ਹੋਰ ਤਾਂ ਕਿਸੇ ਨੇ ਦੱਸਣਾ ਹੀ ਦੱਸਣਾ ਵਿੱਚ ਵੀ ਭਾਈ ਐਂ ਕਰਦਾ, ਆਹ ਵਿਧੀ ਠੀਕ ਹੈ, ਆਹ ਵਿਧੀ ਠੀਕ ਨਹੀਂ ਹੈ, ਬਸ ਏਦਾਂ ਹੀ ਫਰਕ ਹੈ। ਆਹ ਵਿਧੀ ਕਾਮਯਾਬ ਹੈ, ਬਾਕੀ ਵਿਧੀ ਕਾਮਯਾਬ ਦੀ ਹੁਣ ਕਿਉਂ ਨਹੀਂ ਕਾਮਯਾਬ, ਉਹ ਵੀ ਤੇਰੀ ਸ਼ਕਤਾ ਘੜਤੀ। ਇਹ ਵਿਧੀ ਕਿਉਂ ਕਾਮਯਾਬ ਹੈ, ਇਹ ਵੀ ਸ਼ਕਤਾ ਘੜਤੀ। ਬਾਕੀ ਤਾਂ ਸ਼ਕਤਾ ਹੀ ਗੱਡੀ ਹੈ। ਮੇਰੇ ਵਾਲੀ ਵਿਧੀ ਕਿਉਂ ਕਾਮਯਾਬ ਹੈ, ਦੂਜਾ ਕਿਉਂ ਕਾਮਯਾਬ ਨਹੀਂ। ਬਾਕੀ ਬਾਣੀ ਤਾਂ ਸਫਾਈ ਹੋ ਰਹੀ ਹੈ, ਇਸ ਗੱਲ ਦੀ ਸ਼ੰਕਾ ਹੀ ਦੂਰ ਕਰ ਰਹੀ ਹੈ। ਵੱਡੀ ਤਾਂ ਵੱਡਾ ਕੰਮ ਬਾਣੀ ਦਾ ਜ਼ਿਆਦਾ ਵਿਸਤਾਰ ਇਸ ਕਰਕੇ ਹੋਇਆ ਕਿ ਗੁਰਮਤਿ ਵਿਧੀ ਕਿਉਂ ਕਾਮਯਾਬ ਹੈ, ਕਿਉਂ ਠੀਕ ਹੈ, ਦੂਜੀ ਕਿਉਂ ਗਲਤ। ਇਹਦੇ ਕਰਕੇ ਇਹਦੀ ਰਚਨਾ ਕੀਤੀ ਗਈ ਹੈ। ਵੱਡੀ ਵਿਸਤਾਰ ਹੋਇਆ, ਵਾਧਾ ਹੋਇਆ। ਬਾਕੀ ਗੱਲ ਤਾਂ ਇੰਨੀ ਲੰਬੀ ਚੌੜੀ ਹੈ ਨਹੀਂ। ਹਾਂ, ਬਾਕੀ ਨੇ ਲੰਬਾ ਚੌੜਾ ਹੈ ਵੀ ਦੂਏ ਨੂੰ ਇਤਰਾਜ਼ ਆ ਵੀ ਕਿਉਂਕਿ ਸਾਨੂੰ ਕਹਿਤਾ ਵੀ ਇਹ ਵਧੀਆ ਠੀਕ ਨਹੀਂ। ਉਹਨਾਂ ਨੂੰ ਝੂਠਿਆਂ ਨੂੰ ਝੂਠੇ ਸਾਬਤ ਕੀਤਾ ਹੋਇਆ। ਬਹੁਤ ਵਿਸਤਾਰ ਇਸ ਗੱਲ ਦਾ ਹੀ ਹੈ। ਗੁਰਬਾਣੀ ਕਿਉਂ ਠੀਕ ਹੈ, ਬਹੁਤ ਵਿਸਤਾਰ ਇਸ ਗੱਲ ਦਾ ਹੀ ਹੈ। ਹਾਂਜੀ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਉਸ ਤੇ ਭਿੰਨ ਕਹੋ ਕੋਈ ਹੋਏ, ਅੰਤਰਾਤਮਾ ਤੋਂ ਇਲਾਵਾ ਆਪਣੇ ਆਪ ਕੋਈ ਪੈਦਾ ਹੋ ਜਵੇ, ਦੱਸੋ ਕਿਵੇਂ ਹੋ ਜੀ? ਫਿਰ ਕਿਵੇਂ ਹੋ ਜੂ ਪੈਦਾ? ਕੋਈ ਚੀਜ਼ ਚਾਹੀਦੀ ਹੈ, ਕਿਸੇ ਵਸਤੂ ਦੇ ਵਸਤੂ ਪੈਦਾ ਹੁੰਦੀ। ਇਸ ਕਰਕੇ ਸਤਿਗੁਰ ਤੋਂ ਬਿਨ ਕੁਛ ਨਹੀਂ ਹੈ। ਪ੍ਰਭੂ ਤੋਂ ਬਿਨਾ ਕੁਛ ਵੀ ਨਹੀਂ ਹੈ। ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਪ੍ਰਭੂ ਬਿਨ ਕੋਈ ਨਹੀਂ ਹੈ। ਹੋਰ ਪ੍ਰਭੂ ਦਾ ਹੀ ਖੇਡ ਹੈ, ਪ੍ਰਭੂ ਤੋਂ ਹੀ ਪੈਦਾ ਹੋਇਆ ਸਭ ਕੁਛ। ਪ੍ਰਭੂ ਤੋਂ ਬਿਨ ਕੁਛ ਨਹੀਂ ਹੈ। ਚੇਤਨ ਦੁਨੀਆ ਵਿੱਚ ਪ੍ਰਭੂ ਤੋਂ ਬਿਨਾ ਕੋਈ ਸਰੀਰ ਨਹੀਂ ਬਣ ਸਕਦਾ। ਮਾਇਆ ਕੱਲੀ ਨਾਲ ਕੁਛ ਨਹੀਂ ਬਣਦਾ। ਇਹ ਗੱਲ ਠੀਕ ਹੈ। ਥਾਨ ਥਨੰਤਰ ਏਕੈ ਸੋਏ, ਹਰ ਜਗ੍ਹਾ ਹਰ ਹਿਰਦੇ 'ਚ ਉਹੀ ਬ੍ਰਹਮ ਹੈ। ਠੀਕ ਹੈ ਜੀ। ਹਾਂਜੀ, ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ। ਆਪਣੇ ਚਲਤ ਬ੍ਰਹਮ ਆਪੇ ਕਰਦਾ ਹੈ। ਜਿਹਦੇ ਸਰੀਰ ਧਾਰਨ ਕਰਦਾ ਚਲਤੇ ਨੇ। ਔਰ ਕੀ ਜਿਹੜੀਆਂ ਮੱਤਾਂ ਧਾਰਨ ਕੀਤੀਆਂ ਨੇ ਅਲੱਗ-ਅਲੱਗ ਬਣਾਈਆਂ ਵੀ ਚਲਤੇ ਨੇ। ਕਿਰਿਆ ਚਰਿੱਤਰ ਹੋਰ ਕੀ ਨੇ? ਇਹ ਅੰਦਰ ਮਨ ਬੁੱਧੀ ਦੀਆਂ ਖੇਡ ਹੈ ਸਾਰੀ। ਕਿਰਿਆ ਚਰਿੱਤਰ ਹੋਰ ਕੀ ਹੈ?
ਮਨ ਬੁੱਧੀ ਦਾ ਹੀ ਸਾਰਾ ਚਰਿੱਤਰ ਜਿੰਨੇ ਵੀ ਤਰੀਆ ਚਰਿੱਤਰ ਠੀਕ ਹੈ ਪੋਜ਼ਿਟਿਵ ਵੀ ਨੇ ਨੈਗੇਟਿਵ ਵੀ ਨੇ। ਪੋਜ਼ਿਟਿਵ ਨੇ ਸਾਰੇ ਦੱਸੇ ਹੋਏ ਜਿਹੜੇ ਦੱਤਾਤਰੇय ਦੇ ਵਿੱਚ ਅਵਤਾਰ ਨੇ। ਅੱਛਾ ਜੀ ਉਹ ਜਿੱਥੇ ਸਤੀ ਹੈ ਇੱਕ ਔਰਤ, ਉਹ ਪਤੀ ਭਗਤ ਔਰਤ ਹੈ ਦਿਖਾਈ ਹੋਈ। ਉਹਨੂੰ ਜਦ ਦੇਖਦਾ ਦੱਤ ਉਹਦੇ ਖੜੀ ਹੈ ਰੋਟੀ ਲੈ ਕੇ ਆਈ ਹੈ। ਉਹ ਹਲ ਚਲਾ ਰਿਹਾ ਹੈ, ਉਹਨੂੰ ਆਵਾਜ਼ ਨਹੀਂ ਮਾਰ ਰਹੀ, ਖੜੀ ਹੈ ਇੰਤਜ਼ਾਰ ਚ ਵੀ ਆਪੇ ਜਦ ਮਰਜੀ ਆਊ ਖਾ ਲੂ, ਮੈਂ ਤਾਂ ਡਿਊਟੀ ਹੈ। ਪਤਾ ਲੱਗ ਗਿਆ ਮੈਂ ਆ ਗਈ ਆਪਣੇ ਟਾਈਮ ਤੇ, ਉਹਦੀ ਮਰਜ਼ੀ ਹੈ, ਮੈਂ ਉਹਦੇ ਕੰਮ ਚ ਵਿਗੜ ਨਹੀਂ ਪਾਉਣਾ, ਐਵੇਂ ਪਰਮੇਸ਼ਰ ਦੇ ਕੰਮ ਚ ਵਿਗੜ ਨਹੀਂ ਪਾਉਣਾ। ਦੱਤਾਤਰੇय ਹੋਰ ਅੰਕਲ ਤੋਂ ਦੇਖ, ਉਹ ਕਹਿੰਦਾ ਵੀ ਇਹ ਭਗਤੀ ਕਿਹੜੀ ਮੱਤ ਦੀ ਭਗਤ ਹੈ, ਸਾਰੀ ਮੱਤਾਂ ਹਿੰਦੁਸਤਾਨ ਦੀਆਂ ਪੋਜ਼ਿਟਿਵ ਗਿਣਤੀਆਂ ਉੱਥੇ। ਪੋਜ਼ਿਟਿਵ ਮੱਤਾਂ ਹੀ ਗਿਣੀਆਂ ਤੇ 50-60 ਜਿੰਨੀਆਂ ਵੀ ਗਿਣੀਆਂ ਨੇ, ਉਹਨਾਂ ਮੱਤਾਂ ਚੋਂ ਆ ਕੇ ਗੁਰਮੁਖ ਬਣਦੇ ਨੇ ਛੱਡ ਕੇ ਤਰੱਕੀ ਕਰਕੇ। ਉਹ ਮੱਤਾਂ ਦਾ ਨਕਸ਼ਾ ਉੱਥੇ ਦਿੱਤਾ ਹੋਇਆ, ਆਦ ਵਿੱਚ ਤਾਂ ਉਹ ਗੱਲੇ ਨਹੀਂ ਹੈਗੀ, ਉਹ ਗਿਆਨ ਆਦ ਵਿੱਚ ਨਹੀਂ ਹੈ ਕਿਤੇ ਵੀ। ਆਦ ਵਿੱਚ ਇੰਨਾ ਹੀ ਜ਼ਿਕਰ ਹੈ, ਆਦ ਵਿੱਚ ਸਿਰਫ ਇੰਨਾ ਹੀ ਜ਼ਿਕਰ ਹੈ, ਜਿੱਤ ਦੁਆਰੇ ਉਭਰੇ ਤੇ ਲਈ ਉਬਾਰ। ਹੁਣ ਇਹਦਾ ਵਿਸਾਰ ਅਰਥ ਉੱਥੇ ਪਿਆ ਦੱਸ ਕੁਝ, ਜਿੱਤ ਦੁਆਰੇ ਦਾ ਮਤਲਬ ਕੀ ਹੈ। ਉਹਦੇ ਤੇ ਮੱਤਾਂ ਨੇ ਇਹਦੇ ਵਿੱਚ, ਉਹ ਵੀ ਇੱਧਰ ਨੂੰ ਆਉਂਦੀਆਂ ਨੇ, ਪਰ ਗਿਆਨ ਹੈ ਨਹੀਂ। ਉਹ ਡਿਵੈਲਪ ਹੋ ਕੇ ਗੁਰਮਤਿ ਚ ਆਉਣਾ। ਉੱਥੋਂ ਚਾਰਟ ਦੇ ਵਿੱਚ ਉਹੀ ਪ੍ਰਾਇਮਰੀ ਸਕੂਲ ਨੇ, ਪ੍ਰਾਇਮਰੀ ਸਕੂਲਾਂ ਚ ਪੜ੍ਹਾਏ ਹੋਏ ਮਿਡਲ ਚ ਆਉਣਗੇ, ਫਿਰ ਹਾਈ ਚ ਆਉਣਗੇ, ਫਿਰ ਕਾਲਜ ਚ ਆਉਣਗੇ, ਯੂਨੀਵਰਸਿਟੀਆਂ ਚ ਆਉਣਗੇ। ਪ੍ਰਾਇਮਰੀ ਮੱਤਾਂ ਨੇ, ਪੋਜ਼ਿਟਿਵ ਨੇ ਸਾਰੀ। ਠੀਕ ਹੈ, ਪਰ ਉਹ ਚਰਿੱਤਰ ਨਹੀਂ ਹੁਣ ਪੋਜ਼ਿਟਿਵ ਨੇ। ਹਾਂ ਚਰਿੱਤਰ ਉਹਨਾਂ ਨੂੰ ਕਿਹਾ ਹੋਇਆ, ਨੈਗੇਟਿਵ ਮੱਤਾਂ ਨੇ। ਠੀਕ ਹੈ, ਚਰਿੱਤਰ ਕਰਨਾ ਧੋਖਾ ਦੇਣਾ ਹੁੰਦਾ। ਐਕਚੁਅਲੀ ਧਰਮ ਨਹੀਂ ਆਉਣ, ਉਹ ਅਧਰਮ ਹੈ। ਧਰਮ ਦੇ ਆੜ ਵਿੱਚ ਅਧਰਮ ਕਰਨਾ ਉਹ ਚਰਿੱਤਰ ਹੈ। ਕਿੰਨੇ ਕਿਸਮ ਦੇ ਕੀਤੇ ਜਾ ਸਕਦੇ ਨੇ, ਕਿੰਨੇ ਕਿਸਮ ਦੇ ਹੋ ਸਕਦੇ ਨੇ, ਕਿਵੇਂ ਲੋਕ ਕਰ ਰਹੇ ਨੇ, ਨਕਸ਼ਾ ਉਹਦੇ ਵਿੱਚ ਹੋਰ ਕੀ ਹੈ। ਠੀਕ ਹੈ, ਸਾਡੇ ਵਾਸਤੇ ਤਾਂ ਗਿਆਨ ਦਾ ਵਿਸ਼ਾ ਹੈ। ਜਿਹਨੇ ਗੁਰਬਾਣੀ ਨੂੰ ਸਮਝਣਾ ਪੂਰਾ, ਉਹਦੇ ਵਾਸਤੇ ਗਿਆਨ ਦਾ ਵਿਸ਼ਾ। ਜਿਹਨਾਂ ਨੇ ਸਮਝਣਾ ਨਹੀਂ, ਜਿਹਨਾਂ ਨੂੰ ਧਰਮ ਤੇ ਕੋਈ ਮਤਲਬ ਨਹੀਂ, ਉਹੀ ਧਾਰਮਿਕ ਬਣੇ ਫਿਰਦੇ ਨੇ, ਲੈਵਲ ਲਾਏ ਹੋਏ ਨੇ ਦਾੜੀ ਰੱਖ ਕੇ ਹੀ। ਉਹ ਉਹਨਾਂ ਨੂੰ ਜਲੀਲ ਲੱਗਦਾ, ਉਹਨਾਂ ਨੂੰ ਲੱਗੂਗਾ ਹੀ, ਉਹਨਾਂ ਦਾ ਵਿਸ਼ਾ ਨਹੀਂ ਨਾ ਧਰਮ। ਠੀਕ ਹੈ, ਕਿਉਂਕਿ ਸਾਰੇ ਧਰਮਾਂ ਦੇ ਵਿੱਚ ਆਇਆ ਹੋਇਆ, ਪਿੱਛੇ ਧਰਮ ਦਾ ਹਿੱਸਾ ਰਿਹਾ ਉਹ। ਠੀਕ ਹੈ, ਹਾਂ ਉਹਨਾਂ ਦਾ ਵਿਸ਼ਾ ਹੀ ਨਹੀਂ ਧਰਮ, ਪਤਾ ਹੀ ਨਹੀਂ ਧਰਮ ਹੁੰਦਾ ਕੀ। ਉਹਨੂੰ ਤਾਂ ਧਰਮ ਬਾਰੇ ਗਿਆਨ ਹੀ ਕੋਈ ਨਹੀਂ ਨਾ ਹੈ। ਉਹ ਤਾਂ ਐਵੇਂ ਧੱਕੇ ਨਾਲੇ ਬਣੇ ਹੋਏ ਨੇ ਧਾਰਮਿਕ। ਐਵੇਂ ਕਦੀ ਕਿਤਾਬ ਪੜ੍ਹ ਲਈ ਜਾਂ 2-4 ਬਾਣੀਆਂ ਵੀ ਸਿੱਧ ਦੀ ਪੜ੍ਹਨੀ ਜਾਂਦੇ ਜੇ, ਤਾਂ ਉਹ ਆਪਾਂ ਦੇਖਦੇ ਹੀ ਯਾਰ ਰਾਤ ਕਿੰਨੀ ਕਰਤੀ ਕਰਦੇ ਨੇ, ਸਾਹਮਣੇ ਕਿਹੜੇ ਕਰਦੇ ਨੇ। ਉਹ ਤਾਂ ਪਾਠ ਵੀ ਨਹੀਂ ਕਰ ਸਕਦੇ, ਜੋ ਜਪਜੀ ਸਾਹਿਬ ਦਾ ਰਹਿ ਰਾਸਤਾ, ਜਿਹੜੇ ਨਿਤਨੇਮ ਦੇ ਪਾਠ ਵੀ ਸਹੀ ਨਹੀਂ ਹਨ ਉਹਨਾਂ ਦੇ। ਅਰਥ ਤਾਂ ਬਹੁਤ ਦੂਰ ਦੀ ਗੱਲ ਹੈ, ਅਰਥ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਵਾਸਤੇ। ਤਾਂ ਪਾਠ ਵੀ ਠੀਕ ਨਹੀਂ ਕਰਨਾ ਜਾਣਦੇ, ਕਹਿੰਦੇ ਨੇ ਅਸੀਂ ਧਾਰਮਿਕ ਲੀਡਰ ਬਣੇ ਬੈਠੇ ਨੇ। ਜਵਾਬ ਨਹੀਂ ਉਹਨਾਂ ਕੋਲ ਕੋਈ ਹੋਣਾ ਦਾਨ। ਇਹ ਤਾਂ ਰੋਜ਼ ਵਿਆਖਿਆ ਹੋਈ ਜਾਣੀ ਹੈ, ਇਦੋਂ ਵੀ ਗਹਿਰੀ ਦੂਈ ਬਾਤ ਨੂੰ, ਇਦੋਂ ਵੀ ਗਾਹਾਂ ਦੀ ਵਿਆਖਿਆ ਹੋ ਜਾਣੀ ਹੈ ਬਰੀਕ। ਉਹ ਤਾਂ ਕਿਤੇ ਸਿਆਣੇ ਲੱਭਣੇ ਵੀ ਨਹੀਂ ਹਨ, ਉਹਨਾਂ ਤਾਂ ਸਮਝ ਤੋਂ ਹੀ ਪਰੇ ਚਲੀ ਜਾਣੀ ਹੈ। ਇਹਦੀ ਮੋਟੀ ਬੁੱਧੀ ਉਹਨਾਂ ਦੀ। ਹਾਂਜੀ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ।
ਮਨ ਮੈਂ ਆਪ ਮਨ ਦੇ ਵਿੱਚ ਤਾਂ ਪਰਮੇਸ਼ਰ ਆਪ ਹੈ। ਇਹਦੀ ਜੋਤ ਹੈ, ਉਹ ਵਿੱਚੇ ਬੈਠਾ ਹੈ ਮਨ ਦੇ। ਠੀਕ ਹੈ ਜੀ। ਮਨ ਆਪਣੇ ਮਾਂ, ਉਹ ਮਨ ਉਹਦੇ ਵਿੱਚੋਂ ਪੈਦਾ ਹੋਇਆ। ਉਹ ਦੋ ਕਿਵੇਂ ਹੋ ਗਏ? ਧੁੱਪ ਵਿੱਚੋਂ ਪੈਦਾ ਹੋਈ ਹੈ, ਸੂਰਜ ਧੁੱਪ ਦੇ ਵਿੱਚ ਹੈ। ਦੋ ਇਹਨਾਂ ਨੂੰ ਕਿਵੇਂ ਮੰਨ ਲਈਏ? ਹੁਣ ਦੋ ਨੇ ਜਾਂ ਇੱਕ ਹੈ? ਉਹ ਚਲੋ ਕਹਿਣ ਸੁਣਨ ਕੋ ਦੂਜਾ ਦੋ ਹੈ ਜੀ। ਉਹ ਧੁੱਪ ਸੂਰਜ ਚੋਂ ਪੈਦਾ ਹੋਈ ਹੈ, ਵੱਖਰੀ ਕਿਵੇਂ ਹੋ ਗਈ? ਧੁੱਪ ਦੇ ਵਿਚਾਲੇ ਸੂਰਜ ਹੈ। ਠੀਕ ਹੈ ਜੀ। ਮਨ ਜੋ ਜੋਤ ਹੈ ਆਪਣੇ ਮੂਲ ਚੋਂ ਚਿੱਤ ਚੋਂ ਪੈਦਾ ਹੋਇਆ, ਚਿੱਤ ਮਨ ਦੇ ਵਿੱਚ ਹੀ ਹੈ। ਮਨ में ਆਪ ਹੈ, ਮਨ ਉਹਦੇ ਵਿੱਚੋਂ ਹੀ ਪੈਦਾ ਹੋਇਆ। ਮਨ ਉਹਦੇ, ਮਨ ਆਪਣੇ ਮਾਂ ਹੈ। ਜਦ ਮਰਜੀ ਖਿੱਚ ਕੇ ਮਨ ਨੂੰ ਆਪਣੇ ਵਿੱਚ ਸਮਾ ਲਵੇ ਉਹ ਜੋਤ ਨੂੰ, ਬਸ ਮਨ ਉੱਥੇ ਹੀ ਪੈਦਾ, ਉੱਥੇ ਹੀ ਸਮਾਉਂਦਾ ਜਾ ਕੇ। ਫਿਰ ਮਨ ਉਹਦੇ ਵਿੱਚ ਹੋ ਜਾਂਦਾ। ਮਨ ਆਪਣੇ ਮਾਂ ਹੈ। ਕਦੇ ਮਨ ਵਿੱਚ ਉਹ ਹੁੰਦਾ ਹੈ, ਕਦੇ ਮਨ ਉਹਦੇ ਵਿੱਚ ਹੁੰਦਾ ਹੈ। ਅੱਛਾ ਜੀ। ਰੇਤੇ ਦੇ ਵਿੱਚ ਮਨ ਉਹਦੇ ਵਿੱਚ ਰਹਿੰਦਾ ਹੈ। ਵਾਪਰ ਕਲਯੁਗ ਦੇ ਵਿੱਚ ਮਨ ਵਿੱਚ ਉਹ ਆਪ ਹੁੰਦਾ। ਜਾਂ ਸਰੀਰ ਛੱਡਣਾ ਨਾ, ਜਾਂ ਉਹਦੇ ਵਿੱਚ ਆਉਣਾ, ਅੱਗੇ ਹੰਸ ਅਕੇਲਾ, ਅੱਗੇ ਹੰਸੇ ਰਹਿਣਾ ਮੰਦੀ ਹੁੰਦਾ। ਫਿਰ ਉਹ ਮਨ ਉਹ ਚਲਾ ਜਾਂਦਾ, ਮਨ ਆਪਣੇ ਮੂਡ ਚ ਸਮਾ ਜਾਂਦਾ। ਇਹ ਪੰਕਤੀ ਦਾ ਅਰਥ ਇਹ ਹੈ। ਠੀਕ ਹੈ। ਇਸ ਗੱਲ ਦੀ ਕੀਮਤ ਕਹਿੰਦੇ ਕਹੀ ਨਹੀਂ ਜਾ ਸਕਦੀ। ਮਨ ਉਹ ਜੋ ਪੈਦਾ ਹੁੰਦਾ ਉਹਦੇ ਸਮਾ ਜਾਂਦਾ। ਇਹ ਜਿਹੜੀ ਉਹਦੀ ਹੈ ਨਾ ਸ਼ਕਤੀ, ਇਹਦੀ ਕੀਮਤ ਨਹੀਂ। ਨਾਨਕ ਕੀਮਤ ਕਹਿਣ ਨਾ ਜਾਏ, ਇਸ ਗੱਲ ਦੀ ਤਾਂ ਕੀਮਤ ਨਹੀਂ ਕਹੀ ਜਾ ਸਕਦੀ। ਇਹ ਤਾਂ ਬਿਆਨ ਤੇ ਹੀ ਪਰੇ ਦੀ ਗੱਲ ਹੈ। ਹੁਣ ਉਹਦਾ ਜਿਹੜਾ ਗੁਣ ਹੈ, ਸ਼ਕਤੀ ਹੈ, ਬਿਆਨ ਤੇ ਪਰੇ ਦੀ ਗੱਲ ਹੈ। ਠੀਕ ਹੈ। ਨਾਨਕ ਕੀਮਤ ਕਹਿਣ ਨਾ ਜਾਏ। ਜੇ ਤਾਂ ਇਹਦੀ ਵਿਆਖਿਆ ਕਰਤੀ ਸਾਹਿਬ ਉਹਨੇ ਆਪਣੇ ਪ੍ਰੋਫੈਸਰ ਨੇ ਸਾਹਿਬ ਨੇ, ਫਿਰ ਤਾਂ ਤੁਸੀਂ ਦੇਖ ਲਓ। ਜੇ ਵਿਆਖਿਆ ਨਹੀਂ ਕੀਤੀ ਇਹ ਬਾਹਾਂ ਕਾਹਦੀਆਂ ਚੜਾਈ ਫਿਰਦੇ ਨੇ, ਜੋ ਤੁਹਾਨੂੰ ਆ ਵਿਆਖਿਆ ਦਾ ਹੀ ਨਹੀਂ ਪਤਾ। ਹਾਂਜੀ, ਉਹ ਕਹਿੰਦੇ ਜਿਹੜਾ ਇਹਨਾਂ ਦਾ ਉਹ ਤਾਂ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਹੋਈ ਹੈ ਇਹਨਾਂ ਨੂੰ, ਜਿਹਨੂੰ ਗੁਰੂ ਬਣੀ ਬੈਠੇ ਨੇ। ਹਾਂਜੀ, ਐਵੇਂ ਦਵਾਲੇ ਕਰਦੇ ਨੇ। ਇਹ ਦਾਅਵੇ ਕਾਹਦੇ ਕਰਦੇ ਨੇ ਲੋਕ? ਇਹ ਤਾਂ ਗੁਰੂ ਨੂੰ ਨਹੀਂ ਪਤਾ ਬਾਣੀ ਕੀ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ। ਇਹਨਾਂ ਨੇ ਹੱਥ ਚੱਕ ਕੇ ਰੱਖੀ ਹੈ, ਕਿੰਨੇ ਸਾਲ ਹੋ ਗਏ। ਅਸੀਂ ਹੋਈਆਂ, ਹੋਰ ਕੋਈ ਹੈ ਹੀ ਨਹੀਂ ਸੰਸਾਰ ਤੇ। ਪਤਾ ਲੱਗ ਜੂ ਆਟੇ ਦਾ ਉਹਦੇ ਭਾਅ ਕੀ ਹੈ। ਹਾਂਜੀ ਹਾਂਜੀ, ਉਹਨਾਂ ਨੇ ਲਿਖਿਆ ਜੀ, ਜੀਵਾਂ ਦੇ ਮਨ ਵਿੱਚ ਆਪ ਵਸ ਰਿਹਾ ਹੈ, ਜੀਵਾਂ ਨੂੰ ਆਪਣੇ ਮਨ ਵਿੱਚ ਟਿਕਾਈ ਬੈਠਾ ਹੈ। ਕੌਣ ਟਿਕਾਈ ਬੈਠਾ ਜੀਵਾਂ ਨੂੰ? ਸਾਰੇ ਜੀਵਾਂ ਨੂੰ ਇੱਕ ਜਗ੍ਹਾ ਟਿਕਾ ਲੂ। ਇਹਦਾ ਕੋਈ ਪਰਮੇਸ਼ਰ, ਇਹਦਾ ਕੋਈ ਪਰਮਾਤਮਾ ਹਿੰਦੂ ਵਾਲਾ ਹੈ। ਗੱਲ ਮਨ ਦੀ ਹੋ ਰਹੀ ਹੈ। ਜੀਵਾਂ ਨੂੰ ਆ ਗਏ, ਜੀਵ ਕਿੱਥੋਂ ਆ ਗਏ? ਬਹੁ ਵਚਨ ਮਨ ਇੱਕ ਵਚਨ ਹੈ ਇੱਥੇ। ਮਨ ਮੈਂ ਆਪ, ਮਨ ਆਪਣੇ ਮਾਂ, ਗੱਲ ਪੈਦੀ ਹੋਈ ਹੈ। ਜੀਵ ਕਿੱਥੋਂ ਆ ਗਏ? ਲਫ਼ਜ਼ ਸਾਰੇ ਬਹੁ ਵਚਨ ਕਿੱਥੋਂ ਆ ਗਿਆ? ਇਹਨੂੰ ਸਮਝੇ ਨਹੀਂ ਆਈ ਸਾਰੀ ਗੁਰਬਾਣੀ ਚੋਂ ਅਸਲ ਗੱਲ ਹੈ ਕੀ। ਇਹਨੂੰ ਦਾਲ ਵਾਲਾ ਕਨਸੈਪਟ ਨਹੀਂ ਸਮਝ ਆਇਆ ਹੋਇਆ। ਜੇ ਦਾਲ ਵਾਲਾ ਸਮਝ ਆਉਂਦਾ ਫਿਰ ਤਾਂ ਗੱਲ ਕਰਦਾ। ਇਹ ਖਬਰਾਂ ਕੀ ਮੰਨੀ ਬੈਠਾ, ਇਹ ਮੰਨੀ ਬੈਠਾ ਹਿੰਦੂ ਵਾਲਾ ਕਨਸੈਪਟ। ਹਾਂ, ਉੱਥੋਂ ਗੱਲ ਬੋਲ ਰਿਹਾ ਹੈ। ਇੱਕ ਤੋਂ ਜ਼ਿਆਦਾ ਜੀਵ ਇੱਕ ਜਗ੍ਹਾ ਨਹੀਂ ਸਮਾ ਸਕਦੇ। ਜੇ ਸਮਾਉਣਗੇ ਉਹ ਸ਼ਬਦ ਵਿੱਚ ਜਾ ਕੇ ਸਮਾਉਂਦੇ ਨੇ। ਫਿਰ
ਭਗਤ ਸਾਰੇ ਕੱਲੇ ਕੱਲੇ ਜਿਉਂਦੇ ਤਿਉਂ ਸੱਚਖੰਡ 'ਚ ਬੈਠੇ ਨੇ। ਸ਼ਬਦ ਰੂਪ ਵਿੱਚ ਇੱਕ ਨੇ। ਇਹ ਗੱਲ ਦਾ ਇਹਨੂੰ ਗਿਆਨ ਹੀ ਨਹੀਂ ਹੈ। ਉਹ ਜਿਹੜਾ ਸ਼ਬਦ ਹੈ ਉਹ ਸੁਪਰੀਮ ਹੈ। ਠੀਕ ਹੈ ਜੀ। ਹਾਂ, ਬਾਕੀ ਸਾਰੇ ਉਹਦੇ ਹੁਕਮ ਦੇ ਵਿੱਚ ਨੇ, ਉਹਦੇ ਬਾਹਰ ਕੋਈ ਨਹੀਂ। ਸਾਰਿਆਂ ਨਾਲ ਸ਼ਕਤੀਸ਼ਾਲੀ ਹੁਕਮ ਹੈ। ਠੀਕ ਹੈ। ਹੁਕਮ ਤੋਂ ਸਭ ਥੱਲੇ ਹੈ। ਹੁਕਮ ਦੇ ਅੰਦਰ ਸਭ ਕੋ, ਬਾਹਰ ਹੁਕਮ ਰੁਕੋ। ਜਿਹੜਾ ਹੁਕਮ ਤੋਂ ਬਾਹਰ ਜਾਂਦਾ ਉਹ ਇੱਥੇ ਆ ਜਾਂਦਾ, ਜਨਮ ਹੋਣ ਚ ਪੈ ਜਾਂਦਾ। ਹੁਕਮ ਦੇ ਬਾਹਰ ਕੋਈ ਵੀ ਨਹੀਂ ਜਾ ਸਕਦਾ, ਨਾ ਇੱਥੇ ਨਾ ਉੱਥੇ। ਇਹ ਗੱਲ ਦਾ ਵੀ ਇਹਨੂੰ ਪਤਾ ਹੈਗਾ। ਹਾਂਜੀ, ਪਤਾ ਤਾਂ ਲੱਗਦਾ ਜੇ ਉਹਨੂੰ ਪਤਾ ਲੱਗਦਾ ਇਹਦੇ ਗੁਰੂ ਨੂੰ। ਸਾਫ ਸੁਥਰਾ ਗੁਰੂ ਆ, ਪੰਡਤ। ਕਾਸ਼ੀ ਮਤ ਅਨੁਸਾਰ ਉਹਨੇ ਅਰਥ ਕੀਤੇ ਹੋਏ ਨੇ। ਗੁਰਬਾਣੀ ਕਾਸ਼ੀ ਮਤ ਤੋਂ ਖਿਲਾਫ ਹੈ ਸਾਰੀ। ਠੀਕ ਹੈ। ਇਹਨਾਂ ਨੂੰ ਕੌਣ ਸਮਝਾਵੇ ਇਹ ਗੱਲ? ਕਾਸ਼ੀ ਮਤ ਦੇ ਖਿਲਾਫ ਬੋਲਦੇ ਨੇ, ਕਾਸ਼ੀ ਮਤ ਲਈ ਫਿਰਦੇ ਨੇ। ਪੰਡਤ ਵਾਲੀ ਮਤ ਲਈ ਫਿਰਦੇ ਨੇ, ਪੰਡਤ ਤੋਂ ਬਹੁਤ ਖਿਲਾਫ ਨੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਸਾਡੇ ਕੋਲ ਮੱਤੇ ਪੰਡਤ ਵਾਲੀ ਹੈ। ਐਵੇਂ ਰੌਲਾ ਪਾਈ ਜਾਂਦੇ ਨੇ। ਹਾਂਜੀ ਹਾਂਜੀ, ਨਾਨਕ ਕੀਮਤ ਕਹਿਣ ਨਾ ਜਾਏ। ਤਾਂ ਕਹਿੰਦਾ ਇਸ ਗੱਲ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਮੇਰੇ ਤੋਂ। ਮਨ ਮੈਂ ਆਪ ਹੈ, ਮਨ ਆਪਣਾ। ਇਹ ਜਿਹੜੀ ਉਹ ਚ ਹੈ ਨਾ ਤਾਕਤ, ਉਹਦੀ ਕਰਾਮਾਤ, ਇਹ ਉਹਦੇ ਵਿੱਚ ਹੀ ਆ ਬਸ। ਉਹ ਇਹਦੇ ਅੱਗੇ ਨਹੀਂ ਮੈਂ ਹੁਣ ਕੁਝ ਬੋਲ ਸਕਦਾ। ਹਾਂ, ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਬਖਿਆਨੀ। ਦੇਖੋ ਇਹ ਕਹਿੰਦੇ, ਹੁਣ ਮੈਂ ਇੰਨੀ ਗੱਲ ਕਹਿ ਦਿੰਦਾ ਹੋਰ। ਸਤ 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 ਪ੍ਰਭ ਸੁਆਮੀ, ਕਿੰਨੇ ਵਾਰ ਸੱਤ ਕਿਹਾ, ਚੌਥੀ ਵਾਰ ਕਿਹਾ ਨਹੀਂ ਜਾ ਸਕਦਾ। ਚੌਥਾ ਯੁੱਗ ਉੱਥੇ ਚਲਾ ਜਾਂਦਾ, ਸਤਯੁਗ ਬਾਹਰ ਚਲਾ ਗਿਆ। ਠੀਕ ਹੈ ਜੀ। ਤਿੰਨਾਂ ਹੀ ਕਾਲਾਂ ਵਿੱਚ ਸੱਤ ਹੈ। ਕਾਲ ਤਿੰਨੇ ਹੁੰਦੇ ਨੇ, ਚਾਰ ਹੁੰਦੇ ਹੀ ਨਹੀਂ। ਤਿੰਨੇ ਹੁੰਦੇ ਨੇ, ਚਾਰ ਹੁੰਦੇ ਹੀ ਨਹੀਂ। ਚੌਥਾ ਯੁੱਗ ਦਾ ਸੱਚਖੰਡ ਹੈ। ਇਹ ਵੀ ਨਹੀਂ ਪਤਾ ਇਹਨਾਂ ਨੂੰ। ਇਹ ਵੀ ਪੰਡਤ ਤਾਂ ਇੱਥੇ ਚਾਰ ਯੁੱਗ ਬਣਾਈ ਜਾਂਦੇ। ਠੀਕ ਹੈ ਜੀ। ਜੇ ਇੱਥੇ ਚਾਰ ਯੁੱਗ ਹੁੰਦੇ ਤਾਂ ਸੱਤ ਚਾਰ ਵਾਰ ਆਉਣਾ ਸੀ। ਇੱਥੇ ਤਿੰਨ ਵਾਰ ਕਿਉਂ ਆਇਆ? ਤਿੰਨ ਵਾਰੇ ਕਿਉਂ ਆਇਆ? ਚੌਥੀ ਵਾਰ ਕਿਉਂ ਨਹੀਂ ਆਇਆ? ਚੌਥੇ ਘਰ ਚ ਤਾਂ ਝੂਠ ਹੈ ਹੀ ਨਹੀਂ, ਸੱਤੇ ਹੈ ਉੱਥੇ ਤਾਂ। ਉੱਥੇ ਤਾਂ ਨੌਵੇਂ ਸਤਿਯੁਗ ਹੈ, ਉੱਥੇ ਝੂਠ ਹੈ ਹੀ ਨਹੀਂ। ਜਿੱਥੇ ਝੂਠ ਹੈ ਉੱਥੇ ਹੀ ਸੱਤ ਦੀ ਗੱਲ ਕਰਦੀ ਸੀ। ਜਿੱਥੇ ਹੈ ਉਹ ਸੱਤ, ਉੱਥੇ ਸੱਤ ਤਾਂ ਹੈ। ਉਹ ਕੀ ਗੱਲ ਕਰਦੀ? ਸੱਤ 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 ਪ੍ਰਭ ਸੁਆਮੀ। ਪ੍ਰਭ ਸੁਆਮੀ ਸੱਤ ਸਰੂਪ ਹੈ। ਸੱਤ ਸਰੂਪ ਹੀ ਰਹਿੰਦਾ ਹੈ, ਚਾਹੇ ਮਾਇਆ। ਸੱਤ ਉਹ ਹੈ ਜਿਹੜਾ ਲਿਪਤ ਨਹੀਂ ਹੁੰਦਾ ਮਾਇਆ ਚ, ਜਿਹਨੂੰ ਨੀਂਦ ਨਹੀਂ ਆਉਂਦੀ। ਠੀਕ ਹੈ ਜੀ। ਜਿਹਦਾ ਸਤਿਗੁਰ ਮੇਰਾ ਸਦਾ ਸਦਾ ਨਾਲ ਚਾਹੇ, ਉਹ ਵਿਨਾਸ਼ੀ ਪੁਰਖ ਹੈ, ਸਭ में ਰਹਿ ਸਮਾਏ। ਉਹ ਤਿੰਨਾਂ ਕਾਲਾਂ ਵਿੱਚ, ਚਾਹੇ ਤ੍ਰੇਤੇ ਚ ਰਹੇ, ਚਾਹੇ ਦੁਆਪਰ ਚ ਰਹੇ, ਚਾਹੇ ਕਲਯੁਗ ਚ ਰਹੇ, ਉਹ ਸੱਤ ਸਰੂਪ ਹੀ ਰਹਿੰਦਾ। ਸੱਤ 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 ਪ੍ਰਭ ਸੁਆਮੀ। ਪ੍ਰਭ ਆ ਗਿਆ ਲਫ਼ਜ਼, ਸੁਆਮੀ ਆ ਗਿਆ। ਚਿੱਤ ਦੇ ਪਰਥਾਏ ਹੈ, ਗੁਰੂ ਦੇ ਪਰਥਾਏ ਹੈ। ਗੁਰ ਪ੍ਰਸਾਦ ਕਿਨੇ ਬਖਸ਼ਾਈ। ਇਹ ਗੱਲ ਵੀ ਕਿਸੇ ਨੇ ਬਿਰਲੇ ਨਹੀਂ ਦੱਸੀ ਹੈ, ਪੰਡਤ ਨੇ ਤਾਂ ਦੱਸੀ ਹੋਈ ਨਹੀਂ। ਸਿਮਰਤ ਸ਼ਾਸਤਰਾਂ ਚ ਇਹ ਗੱਲ ਹੈ ਉਹਦੀ, ਗੀਤਾ ਵਿੱਚ ਇਹ ਗੱਲ ਹੈ ਉਹਦੀ। ਇਹ ਬ੍ਰਹਮਾ ਦੀ ਅਵਸਥਾ ਹੈ ਤਿੰਨਾਂ ਯੁੱਗਾਂ ਵਿੱਚ। ਜਿਹੜਾ ਬ੍ਰਹਮਾ ਹੈ ਨਾ, ਹਾਂਜੀ,
ਉਹ ਤਿੰਨਾਂ ਚੁੱਕਾ ਚ ਸਤ ਸਰੂਪ ਹੈ। ਆ ਬ੍ਰਹਮ ਅੱਧਾ ਹੁੰਦਾ, ਉਹ ਨਹੀਂ ਬੰਦੇ ਬ੍ਰਹਮ ਹੁੰਦਾ। ਅੱਛਾ ਜੀ। ਉਹਨੂੰ ਨਹੀਂ ਪਤਾ ਬ੍ਰਹਮ ਹੁੰਦਾ ਹੀ ਹੈ। ਬ੍ਰਹਮ ਜੀਵੇ ਹੈ। ਠੀਕ ਹੈ ਜੀ। ਆਹੋ, ਬ੍ਰਹਮ ਦੇ ਵਿੱਚੋਂ ਹੀ ਬ੍ਰਹਮਾ ਪੈਦਾ ਹੋਇਆ ਮਨ ਉਹਦਾ। ਪਾਰ ਬ੍ਰਹਮ ਬਣ ਕੇ ਛੁਟਕਾਰਾ ਹੈ ਇਹਦਾ। ਪੂਰਨ ਬ੍ਰਹਮ ਬਣ ਕੇ ਸਮਝੋ ਛੁਟਕਾਰਾ, ਪਾਰ ਬ੍ਰਹਮ ਬਣ ਕੇ ਤਾਂ ਫਿਰ ਪੂਰਨ ਬ੍ਰਹਮ ਨਹੀਂ ਹੈ। ਪੂਰਨ ਬ੍ਰਹਮ ਜ਼ਿਆਦਾ ਜਾਂ ਚਿੱਤਰ ਮਨਿਕ ਹੋ ਜਾਂਦੇ ਨੇ, ਜਾਂ ਇਹਦਾ ਗਿਆਨ ਪੂਰਾ ਹੋ ਜਾਂਦਾ ਹੈ। ਜਦ ਇਹਦਾ ਮਨ ਵੀ ਸਤ ਸਰੂਪ, ਮਨ ਸਾਚਾ, ਜਾਂ ਮਨ ਵੀ ਸਾਚਾ ਹੋ ਜਾਂਦਾ ਫਿਰ ਪੂਰਨ ਬ੍ਰਹਮ। ਪ੍ਰਭ ਸੁਆਮੀ ਤਾਂ ਸਦਾ ਹੀ ਸੱਚ ਹੈ ਤਿੰਨਾਂ ਚੁੱਕਾਂ ਚ, ਪਰ ਮਨ ਵੀ ਹੈਗਾ ਸੱਚ ਹੈ ਇਹਦਾ। ਜਦ ਮਨ ਕਰਕੇ ਬ੍ਰਹਮ ਸਾਚਾ ਹੋ ਜਾਂਦਾ ਫਿਰ ਪੂਰਨ ਬ੍ਰਹਮ। ਤਿੰਨਾਂ ਹੀ ਕਾਲਾਂ ਚ ਸਾਚਾ ਰਹਿੰਦਾ, ਫਿਰ ਨਹੀਂ ਜਨਮ, ਫਿਰ ਜਿਹੜਾ ਜਨਮ ਹੁੰਦਾ। ਮਨ ਸਾਚਾ ਮੁਖ ਸਾਚਾ ਸੋਏ, ਖਬਰ ਨਾ ਪੇਕੇ ਇੱਕ ਦਿਨ ਕੋਏ, ਨਾਨਕੇ ਬ੍ਰਹਮ ਜਾਦੀ ਹੋਏ। ਇੱਕ ਸ਼ੁਰੂ ਹੋਈ ਸੀ ਗੱਲ। ਹਾਂਜੀ, ਜਦ ਤੋਂ ਇਹੀ ਚੱਲੀ ਆਉਂਦੀ ਹੈ ਗੱਲ। ਠੀਕ ਹੈ ਜੀ। ਇਤਨੀਆਂ ਉਤਲੀਆਂ ਅਵਸਥਾ ਆਈਆਂ ਨੇ ਉਦੋਂ, ਜਦ ਤੋਂ ਬਾਅਦ ਸਾਡੀ ਅਵਸਥਾ ਨਹੀਂ ਆਈ ਹੈ। ਠੀਕ ਹੈ ਜੀ। ਸੱਚ ਸੱਚ ਸਭ ਚੀਨਾ, ਕੋਟ ਮਦੇ ਕਿਨੇ ਬਿਰਲੇ ਚੀਨਾ। ਸੱਤ 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 ਸਭ ਇਹਨੇ ਕੀਤਾ ਵੀ ਸੱਤੇ ਸੱਤ ਹੈ, ਕੁਛ ਕੂੜ ਕੀਤਾ ਹੀ ਨਹੀਂ। ਕੋਟ ਮੱਦੇ ਕਿਨੇ ਬਿਰਲੇ ਚੀਨਾ, ਕਰੋੜਾਂ ਚੋਂ ਕਿਸੇ ਬਿਰਲੇ ਨੇ ਖੋਜੀ ਹੈ ਗੱਲ, ਸਮਝੀ ਹੈ। ਹਾਂਜੀ, ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਉਹਨੇ ਮੂਲ ਦੀ ਗੱਲ ਹੈ, ਭਲਾ 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 ਤੇਰਾ ਰੂਪ ਦੀ ਗੱਲ ਨਹੀਂ ਹੈ। ਫਿਰ ਰੂਪ ਵੀ ਭਲਾ ਇਹਦਾ, ਆਪ ਵੀ ਭਲਾ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ। ਜਦ ਮੁਖ ਸੱਚ ਮਨ ਸਾਚਾ ਹੋ ਜਾਵੇ ਫਿਰ ਇਹਦਾ ਰੂਪ ਭਲਾ ਹੀ ਭਲਾ। ਅਤ ਸੁੰਦਰ ਅਪਾਰ ਰੂਪ, ਜਦ ਮੁਖ ਸਾਚਾ ਸੋਏ ਰੂਪ ਭਲਾ ਹੀ ਭਲਾ ਇਹਦਾ। ਅਤ ਸੁੰਦਰ ਅਪਾਰ ਰੂਪ, ਕੋਈ ਉਪਮਾ ਨਹੀਂ। ਠੀਕ ਹੈ। ਕੱਲ ਪੂਰਨ ਬ੍ਰਹਮ ਤੇ ਚਲੀ ਗਈ। ਠੀਕ ਹੈ ਜੀ। ਹਾਂਜੀ, ਨਿਰਮਲ ਹਾਂਜੀ, ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਅਤ ਸੁੰਦਰ ਅਪਾਰ ਰੂਪ। ਫਿਰ ਉਹ ਤੋਂ ਬਾਅਦ ਕੀ ਹੈ? ਨਿਰਮਲ 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 ਤੇਰੀ ਬਾਣੀ। ਹਾਂਜੀ, ਫਿਰ ਆ ਗੁਰਬਾਣੀ ਦੱਸਦਾ ਪੂਰਨ ਬ੍ਰਹਮ ਤੋਂ ਬਾਅਦ। ਫਿਰ ਜੋ ਬੋਲਦਾ ਉਹ ਗੱਲ ਨਿਰਮਲ ਹੁੰਦੀ ਹੈ, ਉਹ ਮਾਇਆ ਦੀ ਉਹਦੀ ਮਾਇਆ ਦੀ ਲਿਪਤਤਾ ਨਹੀਂ ਹੁੰਦੀ। ਫਿਰ ਸੱਚੀ ਬਾਣੀ ਬੋਲਦਾ, ਕੱਚੀ ਨਹੀਂ ਬੋਲਦਾ। ਤਾਂ ਕਿਤੇ ਜਾ ਕੇ ਨਿਰਮਲ ਬਾਣੀ ਹੁੰਦੀ ਹੈ। ਨਿਰਮਲ 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 ਤੇਰੀ ਬਾਣੀ। 3 ਵਾਰ ਸ਼ੁੱਧ ਕਰਕੇ ਤਾਂ ਬੋਲਦਾ, 3 ਵਾਰ ਵਿਚਾਰ ਕੇ ਤਾਂ ਬੋਲਦਾ ਗੱਲ ਨੂੰ। 1 ਵਾਰ ਵਿਚਾਰ ਕੇ ਨਹੀਂ ਬੋਲਦਾ, 3 ਵਾਰ ਵਿਚਾਰਦਾ ਹੈ ਬੋਲਣ ਤੋਂ ਪਹਿਲਾਂ। ਸਿਆਣੇ ਦਾ ਕਹਿੰਦੇ ਨੇ 1 ਵਾਰ ਵਿਚਾਰ ਕੇ ਹੀ ਬੋਲੋ, ਕਹਿੰਦਾ 3 ਵਾਰ ਵਿਚਾਰ ਲਓ, ਸ਼ਾਇਦ ਕੋਈ ਗਲਤੀ ਰਹਿ ਨਾ ਜਾਵੇ। 2 ਵਾਰ ਫਿਰ ਵਿਚਾਰ ਲਓ, ਨਾ ਹੋਰ ਵੀ 30 ਵਾਰ ਵੀ ਵਿਚਾਰ ਲਓ, ਕੋਈ ਹਰਜ ਨਹੀਂ। ਜੇ ਨਹੀਂ ਗਲਤੀ ਫਿਰ ਕਿਹੜਾ ਹਰਜ ਹੈ ਵਿਚਾਰਨ ਦੀ। ਠੀਕ ਹੈ। ਪਰ ਨਿਰਮਲ ਰਹਿਣੀ ਚਾਹੀਦੀ ਹੈ ਬਾਣੀ, ਗੁਲੀਨਤਾ ਨਾ ਚਲੀ ਜਾਵੇ। ਉਹ ਵਿਚਾਰੀ ਹੋਈ ਬਾਣੀ ਸੀ ਜਿਹੜੀ ਕਹਿੰਦਾ ਦੂਧ ਕਟੋਰੇ ਗੜਬੇ ਪਾਣੀ। ਠੀਕ ਹੈ। ਹਾਂ, ਕੇ ਵਿਚਾਰ ਕੇ ਤਾਂ ਬਦਲ ਨੂੰ ਦਿੱਤੀ ਹੈ ਬਾਣੀ, ਐਵੇਂ ਨਹੀਂ ਦੇਤੀ। ਤਾਂ ਲਿਖੀ ਅੱਖਰਾਂ ਚ। ਠੀਕ ਹੈ।
ਅੱਖਰ ਵੀ ਜੇ ਫਰਮਾਏ ਤੇ ਉਤੇ ਪਾਏ ਨੇ, ਉਹ ਵੀ ਨਹੀਂ ਲਿਖ ਮਾਰੀ ਬਈ ਚਲੋ ਬਈ ਜੈ ਜੀ ਹੈ ਚੱਲਣ ਦੋ, ਲੋਕਾਂ ਨੂੰ ਕਿਹੜਾ ਪਤਾ ਹੈ, ਲੋਕ ਕਿਹੜਾ ਸਮਝਦੇ ਨੇ ਜੋ ਮਰਜ਼ੀ ਮੂੰਹ ਚੋਂ ਕੱਢ ਦੋ। ਏਦਾਂ ਨਹੀਂ ਕੀਤਾ ਹੋਇਆ ਇੱਥੇ। ਨਿਰਮਲ 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 ਤੇਰੀ ਬਾਣੀ, ਹਾਂਜੀ, ਘਟ ਘਟ ਸੁਣੀ ਸ਼ਰਵਣ ਬਖਾਨੀ। ਘੱਟ ਘੱਟ ਸੁਣੀ, ਸੁਣੀ ਹੈ ਤਾਂ ਹਿਰਦੇ 'ਚ ਬੈਠ ਕੇ ਬਿਨਾਂ ਕੰਨਾਂ ਤੋਂ, ਸ਼ਰਵਣ ਕੇ ਫੇਰ ਵਿਗਿਆਨੀ ਹੈ। ਘੱਟ ਘੱਟ ਸੁਣੀ, ਇਹਨਾਂ ਦਾ ਅਸਲ ਸੁਣੀ ਹੈ ਤੇ ਬਿਨਾਂ ਕੰਨਾਂ ਤੋਂ, ਫਿਰ ਸ਼ਰਵਣ ਕੇ ਵਿਗਿਆਨੀ ਹੈ। ਫੇਰ ਉਹਦਾ ਵਿਗਿਆਨ ਕੀਤਾ, ਉਸੇ ਗੱਲ ਉਹ ਗੱਲ ਫੇਰ ਦੱਸੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇਲਾ ਲੋ, ਫਿਰ ਉਹਦਾ ਗਿਆਨ ਕਰਾਇਆ। ਹਾਂ ਠੀਕ ਹੈ ਜੀ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਪਵਿੱਤਰ 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 ਤਿੰਨੇ ਵਾਰ ਫੇਰ ਆਇਆ। ਦੇਖੋ ਹਾਂਜੀ, ਕਿੰਨੇ ਵਾਰ ਆਊਗਾ, ਚੌਥੀ ਵਾਰ ਆ ਨਹੀਂ ਸਕਦਾ। ਹਾਂਜੀ, ਪਵਿੱਤਰ ਪਵਿੱਤਰ ਪਵਿੱਤਰ, ਚੌਥੀ ਵਾਰ ਕੀ ਆਇਆ? ਪੁਨੀਤ। ਚੌਥੀ ਵਾਰ ਤਾਂ ਪੁਨੀਤ ਹੈ। ਫਿਰ ਸੱਚਖੰਡ ਪੁਨੀਤ ਹੈ, ਪਵਿੱਤਰਤਾ ਇੱਥੇ ਹੀ ਹੈ ਸੰਸਾਰ 'ਚ। ਸੱਚਖੰਡ 'ਚ ਪੁਨੀਤ ਹੈ। ਉੱਥੇ ਜਿੱਥੇ ਪਵਿੱਤਰਤਾ ਹੀ ਨਹੀਂ ਹੈ ਉੱਥੇ ਪਵਿੱਤਰ ਲਫ਼ਜ਼ ਨਹੀਂ ਜਾਂਦਾ। ਪਵਿੱਤਰ ਲਫ਼ਜ਼ ਸੰਸਾਰ ਵਾਸਤੇ ਹੈ। ਜਿੱਥੇ ਮੈਲ ਹੈ ਉਹ ਨਹੀਂ, ਉੱਥੇ ਪੁਨੀਤ ਹੈ ਸਭ ਕੁਛ। ਉੱਥੇ ਤਾਂ ਮਾਇਆ ਹੈ ਹੋਈ ਨਹੀਂ, ਉੱਥੇ ਪਵਿੱਤਰ ਔਰ ਪਵਿੱਤਰ। ਪਵਿੱਤਰ ਉੱਥੇ ਹੈ ਜਿੱਥੇ ਪਵਿੱਤਰਤਾ ਵੀ ਹੈ। ਨਿਰਮਲ ਉੱਥੇ ਹੈ ਜਿੱਥੇ ਮੁਲੀਨਤਾ ਵੀ ਹੈ। ਇਹ ਸੰਸਾਰ 'ਚ ਮੁਲੀਨਤਾ ਹੈ ਤਾਂ ਕਰਕੇ ਇੱਥੇ ਨਿਰਮਲ ਹੈ। ਇਹ ਸੰਸਾਰ 'ਚ ਪਵਿੱਤਰਤਾ ਹੈ, ਇਸ ਕਰਕੇ ਇੱਥੇ ਪਵਿੱਤਰ ਲਫ਼ਜ਼ ਹੈ। ਉੱਥੇ ਵੀ ਦੇਖਣਾ ਹੀ ਵਿੱਚ ਦੋਏ ਲਫ਼ਜ਼ ਨਹੀਂ ਹਨ, ਨਾ ਪਵਿੱਤਰਤਾ ਨਾ ਮੁਲੀਨਤਾ। ਉੱਥੇ ਕੀ ਹੈ? ਉੱਥੇ ਪੁਨੀਤ ਹੈ। ਉੱਥੇ ਪੁਨੀਤ ਲਫ਼ਜ਼ ਹੈ। ਠੀਕ ਹੈ। ਉੱਥੇ ਲਫ਼ਜ਼ ਹੈ, ਨਿਰਮਲ ਨਹੀਂ ਹੈ। ਨਿਰਮਲ ਦੀ ਜਗ੍ਹਾ ਬਿਮਲ ਹੈ। ਠੀਕ ਹੈ। ਪਵਿੱਤਰ ਦੀ ਜਗ੍ਹਾ ਪੁਨੀਤ ਹੈ ਉੱਥੇ। ਹਾਂ, ਤਾਂ ਹੀ ਲਿਖਾ ਬਿਮਲ ਨੈਣ, ਨੈਣਾ ਨੰਬਰ ਲੱਗਿਆ ਹੋਇਆ, ਮਧੁਰ ਬੈਣ। ਠੀਕ ਹੈ। ਹਾਂ, ਉੱਥੇ ਮੁਲੀਨਤਾ ਹੁੰਦੀ ਹੋਣੀ, ਇਸ ਕਰਕੇ ਬਿਮਲ ਲਫ਼ਜ਼ ਹੈ ਉੱਥੇ। ਰਾਖਵੇਂ ਲਫ਼ਜ਼ ਨੇ, ਪੁਨੀਤ ਹੋਇਆ, ਬਿਮਲ ਹੋਇਆ। ਜੀ, ਨਾਮ ਜਪੈ ਨਾਨਕ ਮਨ ਪ੍ਰੀਤ। ਨਾਮ ਜਪੈ ਨਾਨਕ ਮਨ ਪ੍ਰੀਤ। ਨਾਮ ਉਹ ਜਪਦਾ ਹੈ, ਨਾਨਕ ਕਹਿੰਦਾ ਜਿਹਦੇ ਮਨ 'ਚ ਪ੍ਰੀਤ ਹੋਵੇ, ਨਾਮ ਵਾਸਤੇ ਪ੍ਰੇਮ ਹੋਵੇ, ਉਹ ਜਪਦਾ। ਪ੍ਰੇਮ ਦੇ ਬਿਨਾਂ ਕੌਣ ਜਪਦਾ?